ਐਕਸ਼ਨ ਰਿਐਕਸ਼ਨ ਹੁੰਦਾ, ਯਾਨੀ ਕਿ ਭਿੰਡਰਾਂ ਵਾਲਾ ਰਿਐਕਸ਼ਨ ਸੀ ਜਾਂ ਐਕਸ਼ਨ ਸੀ। ਐਕਸ਼ਨ ਸਰਕਾਰ ਦਾ ਸੀ, ਉਹ ਰਿਐਕਸ਼ਨ ਸੀ। ਉੱਪਰ ਤੇ ਸਟੇਟ ਵੀ ਇਹ ਕੋਸ਼ਿਸ਼ ਕਰਦੇ ਕਿ ਇਹ ਜਿਹੜੀਆਂ ਡਿਮਾਂਡਸ ਨੇ ਪੰਜਾਬੀਅਤ ਦੀਆਂ, ਇਹਨਾਂ ਨੂੰ ਤੁਸੀਂ ਰਿਲੀਜੀਅਸ ਕਮਿਊਨਲ ਕਲਰ ਦੇ ਦਿਓ। ਬਹੁਤਾਤ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਬੈਠਾ ਜਦੋਂ ਕਾਮਰੇਡ ਲਫ਼ਜ਼ ਸੁਣਦਾ, ਉਹਦੇ ਮਨ ਦੇ ਵਿੱਚ ਜਿੰਨਾ ਕੁ ਮੈਂ ਭਾਪਿਆ ਕਿ ਉਹ ਇਹ ਸੋਚਦਾ ਕਿ ਨਾਸਤਕ ਸਿੱਖ ਵਿਰੋਧੀ। ਮਤਲਬ ਕਿਸੇ ਰਿਲੀਜੀਅਸ ਆਇਡੈਂਟੀਟੀ ਤੇ ਤੁਸੀਂ ਸਟੇਟ ਸਿਰਜਣ ਦੀ ਗੱਲ ਕਰੋਗੇ ਤਾਂ ਉਹ ਮਤਲਬ ਕੁੱਲ ਲੋਕਾਈ ਜਿਹੜੀ ਪੰਜਾਬ ਆ, ਪੰਜਾਬ ਦੇ ਵਿੱਚ ਹਿੰਦੂ ਵੀ ਵੱਸਦੇ ਨੇ, ਸਿੱਖ ਵੀ ਵੱਸਦੇ ਨੇ, ਮੁਸਲਿਮ ਵੀ ਵੱਸਦੇ ਨੇ। ਅਗਰ ਤੁਸੀਂ ਸਿੱਖ ਸਟੇਟ ਦੀ ਗੱਲ ਕਰੋਗੇ ਤਾਂ ਫਿਰ ਜਿਹੜੇ ਪੰਜਾਬੀ ਹਿੰਦੂ ਆ ਉਹ ਕਿੱਥੇ ਜਾਣਗੇ? ਤਾਂ ਉਹਨਾਂ ਦੀ ਉਹ ਮਤਲਬ ਉਹ ਵੀ ਪੰਜਾਬੀਅਤ ਦੇ ਇਕੁਅਲ ਸਟੇਕ ਹੋਲਡਰ ਨੇ। ਤਾਂ ਉਹ ਕਹਿੰਦੇ ਸੀ ਸਿੱਖ ਸਟੇਟ ਇਨਕਲੂਸਿਵ ਆ, ਖਾਲਸਾ ਰਾਜ ਦੇ ਵਿੱਚ ਹਿੰਦੂ ਵੀ ਸੀ, ਮਹਾਰਾਜਾ ਰਣਜੀਤ ਸਿੰਘ। ਮਤਲਬ ਹਿੰਦੂ ਰਾਸ਼ਟਰ ਵਾਲੇ ਵੀ ਇਹੀ ਗੱਲ ਕਰਦੇ ਨੇ। ਗੱਲਾਂ ਨੇ, ਹਵਾਈ ਪਲਾਓ ਨੇ, ਇਹ ਕੋਈ ਬਣਨਾ ਥੋੜ੍ਹੀ ਆ। ਜਾਂ ਇਹਦੇ ਵਿੱਚ ਵੀ ਬਹੁਤ ਸਾਰੇ ਨਿਗਾਰ ਪਹਿਲਾਂ ਆਏ ਨੇ, ਉਦੋਂ ਵੀ ਐਟਰੋਸਿਟੀਜ਼ ਜ਼ੁਲਮ ਹੁੰਦੇ ਰਹੇ ਨੇ, ਕਾਮਰੇਡਾਂ ਵੱਲੋਂ ਵੀ ਕੀਤੇ ਗਏ। ਜਦੋਂ ਇੱਕ ਤਰੀਕੇ ਵਾਰ ਸੀ ਜਦੋਂ ਰਸ਼ੀਆ ਦੇ ਵਿੱਚ ਵੀ, ਤਾਂ ਉਦੋਂ ਭਾਵੇਂ ਲੈਨਿਨ ਸੀ ਭਾਵੇਂ ਸਟਾਲਿਨ ਸੀ, ਬਹੁਤ ਕੁਝ ਹੋਇਆ। ਉਹਨਾਂ ਨੇ ਵੀ ਤਾਂ ਕਹਿ ਸਕਦੇ ਹਾਂ ਐਟਰੋਸਿਟੀਜ਼ ਹਿਟਲਰ ਨਾਲੋਂ ਘੱਟ ਨਹੀਂ ਕੀਤੀਆਂ। ਸਟਾਲਿਨ ਬਾਰੇ ਵੀ ਇਹੀ ਕੂੜ ਪ੍ਰਚਾਰ ਕੀਤਾ ਜਾਂਦਾ, ਉਹਨੂੰ ਹਿਟਲਰ ਦੇ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਆ। ਲੇਕਿਨ ਅਗਰ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਉਹ ਸਮਾਜ ਦੀ ਉਸਾਰੀ ਕਰਦੇ ਨੇ, ਕਿਸ ਤਰੀਕੇ ਨਾਲ ਜੋ ਮਜ਼ਦੂਰਾਂ ਦਾ ਉੱਥੇ ਸਟੇਟ ਆਉਂਦੀ ਹੈ ਤੇ ਐਜੂਕੇਸ਼ਨ ਦਾ ਕੀ ਹਾਲ ਰਿਹਾ। ਇੱਕ ਸਿੱਖ ਕਾਮਰੇਡ ਵੀ ਹੋ ਸਕਦਾ ਕਿਉਂਕਿ ਉਹ ਇੱਕ ਵਿਚਾਰਧਾਰਾ ਹੈ, ਉਹ ਇੱਕ ਧਰਮ ਆ। ਅਪੀਅਰੈਂਸ ਤਾਂ ਕੋਈ ਵੀ ਹੋ ਸਕਦੀ ਹੈ, ਅਪੀਅਰੈਂਸ ਤੋਂ ਤਾਂ ਕੋਈ ਦਿੱਕਤ ਨਹੀਂ ਹੈਗੀ, ਬਟ ਉਹ ਜਿਹੜਾ ਵਿਚਾਰ ਹੈ ਉਹ ਵਿਚਾਰ ਸਿੱਖ ਸਟੇਟ ਦਾ ਵਿਚਾਰ ਨਹੀਂ ਹੈਗਾ। ਉਹ ਇੱਕ ਮਜ਼ਦੂਰਾਂ ਦੀ ਸਟੇਟ ਦਾ ਰਾਜ ਦੀ ਗੱਲ ਕਰਦਾ ਕਿ ਜਿੱਥੇ ਵੀ ਫਿਰ ਉਹਨਾਂ ਨੂੰ ਰਿਲੀਜਨ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਚਾਹੀਦੀ ਐਸੈਂਸ਼ਲੀ। ਅਗਰ ਕੋਈ ਆਪਣੇ ਧਰਮ ਨੂੰ ਮੰਨਦਾ ਹੋਇਆ ਮਤਲਬ ਇਸ ਸਟੇਟ ਦੇ ਜ਼ੁਲਮ ਦੇ ਖਿਲਾਫ ਖੜਦਾ, ਤਾਂ ਮੈਨੂੰ ਲੱਗਦਾ ਕਿ ਉਹਨੂੰ ਐਕਸਕਲੂਡ ਨਹੀਂ ਕਰਨਾ ਚਾਹੀਦਾ, ਉਹਨੂੰ ਨਾਲ ਲੈ ਕੇ ਚੱਲਾਂਗੇ ਅਸੀਂ। ਸਾਡੀਆਂ ਕੀ ਡਿਮਾਂਡਸ ਬਣਦੀਆਂ ਨੇ ਉਹਨਾਂ ਦੇ ਵਿੱਚ ਵਿਚਾਰਿਆ ਜਾਣਾ ਚਾਹੀਦਾ, ਤਾਂ ਕਿ ਇੱਕ ਯੂਨਾਈਟਿਡ ਫਰੰਟ ਮਤਲਬ ਕੋਈ ਪ੍ਰੋਗਰੈਸਿਵ ਰੈਵੋਲੂਸ਼ਨਰੀ ਧਿਰਾਂ ਦਾ ਉਹ ਬਣ ਸਕਦਾ। ਤਾਂ ਉਹੀ ਮੈਨੂੰ ਲੱਗਦਾ ਪੰਜਾਬੀਅਤ ਨੂੰ ਬਚਾ ਵੀ ਸਕਦਾ। ਪੰਜਾਬੀਅਤ ਦੇ ਜਿਹੜੇ ਸੱਚਮੁੱਚ ਦੇ ਕੰਸਰਨਸ ਨੇ, ਆਪਸੀ ਮਤਲਬ ਲੜਾਈ ਤੋਂ ਉੱਪਰ ਉੱਠ ਕੇ ਅਗਰ ਅਸੀਂ ਸੀਰੀਅਸ ਆਉਣ ਵਾਲੇ ਸਮੇਂ 'ਚ ਸਪੇਸ ਦੇਖਦੇ ਹੋ ਅਜਿਹੇ ਫਰੰਟ ਦੀ ਬਣਦੀ ਲੱਗਦੀ ਆ? ਮਤਲਬ ਸਪੇਸ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ ਹੈਗਾ, ਬਟ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਅਗਰ ਤੁਸੀਂ ਸੱਚਮੁੱਚ ਪੰਜਾਬ ਦੇ ਮੁੱਦਈ ਹੋ। ਨਾਸਤਿਕ ਝੁਕਾਅ ਵਾਲੇ ਲੋਕ ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹਨਾਂ ਦਾ ਕਬਜ਼ਾ ਅਧਿਆਪਕ ਉਹ ਨੇ। ਇਸ ਕਰਕੇ ਐਜੂਕੇਸ਼ਨ ਲੈਵਲ ਦੇ ਵਿੱਚ ਗਿਰਾਵਟ ਆਈ ਆ। ਯਾਨੀ ਕਿ ਨਾਸਤਿਕ ਹੋਣਾ ਮਾੜੇ ਕਿਰਦਾਰ ਦਾ ਇੱਕ ਪ੍ਰਤੀਕ ਉਹਨਾਂ ਨੇ ਇੱਕ ਤਰੀਕੇ ਮਾਇਨਾ ਤੇ ਇਹੀ ਆ। ਉਹ ਮੈਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਮਤਲਬ ਚੰਗੀ ਐਡਵਾਈਸ ਦੇਣੀ ਚਾਹੀਦੀ ਆ। ਇੱਕ ਕਿਹਾ ਜਾਂਦਾ ਕਿ ਜਿੰਨੇ ਇੰਸਟੀਟਿਊਸ਼ਨਸ ਨੇ, ਖਾਸ ਤੌਰ ਤੇ ਸਕੂਲ, ਕਾਲਜ, ਯੂਨੀਵਰਸਿਟੀਆਂ, ਧਰਮ ਨਿਰਪੱਖ ਹੋਣ। ਜਦੋਂ ਧਰਮ ਆਪਾਂ ਨਿਰਪੱਖ ਕਹਿੰਦੇ ਆ, ਯਾਨੀ ਕਿ ਕੋਈ ਧਰਮ ਕਿਸੇ ਤੇ ਥੋਪਿਆ ਨਾ ਜਾਵੇ, ਤਾਂ ਕੀ ਫਿਰ ਉੱਥੇ ਨਾਸਤਿਕਤਾ ਵੀ ਕਾਊਂਟ ਹੋਏਗੀ ਕਿ ਨਾਸਤਿਕਤਾ ਵੀ ਕਿਸੇ ਤੇ ਥੋਪੀ ਨਾ ਜਾਵੇ? ਨਹੀਂ, ਨਾਸਤਿਕਤਾ ਦਾ ਮਸਲਾ ਨਹੀਂ ਹੈਗਾ, ਰੈਸ਼ਨੈਲਿਟੀ ਦਾ ਮਸਲਾ। ਮਤਲਬ ਬਹੁਤ ਸਾਰੇ ਨਾਸਤਿਕ ਇਹੋ ਜਿਹੇ ਨੇ ਜਿਹੜੇ ਮਤਲਬ ਪੂੰਜੀਪਤੀ ਸਮਾਜ ਗਿਆਨੀ ਹਰਪ੍ਰੀਤ ਉਹ ਨਾਸਤਿਕਤਾ ਨੂੰ ਟਾਰਗੇਟ ਕਰ ਰਹੇ ਨੇ। ਉਹ ਨਾਸਤਿਕ ਨਹੀਂ, ਦੇਖੋ ਇਹ ਤਾਂ ਪਰ ਉਹ ਕਹਿੰਦੇ ਨਾ ਕਿ ਇਹਨਾਂ ਨੇ ਦੇਖੋ ਜਾਲ ਵਿਛਾਇਆ ਹੋਇਆ, ਵੀਸੀ ਵੀ ਉਹਦਾ ਦੋਸਤ ਆ, ਸਾਰੀ ਫੈਕਲਟੀ ਉਹਦੀ ਦੋਸਤ ਆ, ਇਹਨੇ ਮੱਠ ਬਣਾ ਲਿਆ। ਸਟੇਟ ਦੇ ਬੰਦੇ ਨੇ, ਠੀਕ ਹੈ, ਅਗਲੇ ਤਨਖਾਹਾਂ ਲੈ ਰਹੇ ਨੇ। ਅਗਰ ਤੁਸੀਂ ਹਰੇਕ ਨੂੰ ਹੀ ਜਿਹੜਾ ਵੀ ਕੋਈ ਥੋੜਾ ਬਹੁਤਾ ਗੱਲ ਕਰਦਾ ਹਰੇਕ ਨੂੰ ਹੀ ਕਾਮਰੇਡ ਕਹਿ ਦੂੰਗੇ ਤਾਂ ਇਦਾਂ ਤਾਂ ਨਹੀਂ ਚੱਲੇਗਾ। ਮਤਲਬ ਤੁਸੀਂ ਆਪਣੀ ਜਾਂ ਤਾਂ ਸਮਝ ਨੂੰ ਵਿਕਸਿਤ ਕਰੋ ਕਿ ਕਾਮਰੇਡ ਕੀ ਹੁੰਦਾ। ਟੀਵੀ ਚੈਨਲ ਵਾਲੇ ਨੂੰ ਥੋੜ੍ਹਾ ਜਿਹਾ ਤੁਹਾਡੇ ਪੋਲੀਟਿਕਸ ਤੋਂ ਹਟ ਕੇ ਗੱਲ ਕਰਦਾ ਤਾਂ ਉਹ ਵੀ ਕਾਮਰੇਡ ਹੋ ਗਿਆ। ਅੱਜ ਅਗਰ ਤੁਸੀਂ ਆਪਣੇ ਚੈਨਲ ਦੇ ਰਾਹੀਂ ਕੋਈ ਗੱਲ ਇਸ ਤਰੀਕੇ ਦੀ ਕਰ ਦਿਓ ਜਿਹੜੀ ਉਹਨਾਂ ਦੀ ਪੋਲੀਟਿਕਸ ਨਾਲ ਮੇਲ ਨਹੀਂ ਖਾਂਦੀ, ਤਾਂ ਤੁਸੀਂ ਵੀ ਕਾਮਰੇਡ ਹੋ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਜਾਂ ਕਈ ਹੋਰ ਮਸਲੇ ਨੇ ਜਿਹੜੇ ਸਿੱਖ ਆਇਡੈਂਟੀਟੀ ਨਾਲ ਜੁੜੇ ਹੋਏ ਨੇ, ਤੁਸੀਂ ਜਾਂ ਤੁਹਾਡੇ ਸਾਥੀ ਉਹਨਾਂ ਦੀ ਗੱਲ ਕਰਨਗੇ? ਮਤਲਬ ਅਸੀਂ ਇਕੱਲੇ ਸਿਰਫ ਬੰਦੀ ਸਿੰਘਾਂ ਦੀ ਹੀ ਕਿਉਂ, ਮਤਲਬ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ, ਚਾਹੇ ਉਹ ਪ੍ਰੋਫੈਸਰ ਨੇ, ਸਟੂਡੈਂਟ ਯੂਨੀਅਨਸ ਨੇ, ਮਤਲਬ NIA ਦੀਆਂ ਰੇਟਸ ਲਗਾਤਾਰ ਪੈ ਰਹੀਆਂ ਨੇ। ਮਤਲਬ ਕੱਲ੍ਹ ਪਰਸੋਂ ਹੀ ਅਸੀਂ ਦਿੱਲੀ ਦੇ ਵਿੱਚ ਧਰਨਾ ਦਿੱਤਾ। ਉੱਥੇ ਡਿਮਾਂਡ ਇਹ ਸੀਗੀ ਕਿ ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਨੇ, ਚਾਹੇ ਉਹ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਮੁਸਲਿਮਸ ਨੇ, ਦਲਿਤ ਐਕਟਿਵਿਸਟ ਨੇ, ਪ੍ਰੋਫੈਸਰਸ ਨੇ, ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਇੱਥੇ ਵੀ ਬੰਦੀ ਸਿੰਘਾਂ ਦਾ ਮੋਹਾਲੀ ਦੇ ਵਿੱਚ ਧਰਨਾ ਚੱਲਿਆ, ਉੱਥੇ ਵੀ SFS ਨੇ ਆਪਣੀ ਪਾਰਟਿਸਿਪੇਸ਼ਨ ਕੀਤੀ ਆ। ਇਹ ਕਮਿਊਨਿਸਟ ਪੰਜਾਬ ਦੇ ਗੱਦਾਰ ਨੇ, ਇਹ ਹਮੇਸ਼ਾ ਰਾਸ਼ਟਰਵਾਦੀ ਹਿੱਤਾਂ ਦੀ ਗੱਲ ਕਰ ਜਾਂਦੇ ਨੇ, ਇਹ ਤਾਂ ਸੈਂਟਰ ਦੇ ਹਿੱਤ ਵਿੱਚ ਭੁਗਤ ਜਾਂਦੇ ਨੇ, ਪੰਜਾਬ ਦੀ ਗੱਲ ਹਮੇਸ਼ਾ ਉਲਟ ਕਰਦੇ ਨੇ।
ਮਤਲਬ ਐਦਾਂ ਤਾਂ ਹੁਣ ਜੇ ਚੂੰਡੀਆਂ ਵੱਢਣੀਆਂ ਤਾਂ ਆਪਾਂ ਵੀ ਕਹਿ ਸਕਦੇ ਹਾਂ ਕਿ ਹੁਣ ਪੰਥ ਦੀ ਵੱਡੀ ਧਿਰ ਜਿਹੜੀ ਇਲੈਕਟੋਰਲ ਆ ਉਹ ਤਾਂ ਅਕਾਲੀ ਦਲ ਆ, ਉਹ ਤਾਂ ਬੀਜੇਪੀ ਨਾਲ ਅਲਾਈਅੰਸ ਕਰੀ ਬੈਠੀ ਆ। ਜਿਹੜੇ ਸਿੱਖਾਂ ਦੇ ਪੰਥ ਦੇ ਬੜੇ ਬੜੇ ਧੜੇ ਨੇ ਉਹ ਵੀ ਕੋਈ ਕਾਂਗਰਸ ਨੂੰ ਸਪੋਰਟ ਕਰ ਰਿਹਾ, ਕੋਈ ਬੀਜੇਪੀ ਨੂੰ ਸਪੋਰਟ ਕਰ ਰਿਹਾ। ਕਾਮਰੇਡਾਂ ਦੇ ਚਲੋ ਬਿਆਨ ਹੋ ਸਕਦੇ, ਤੁਸੀਂ ਤਾਂ ਪਾਰਟਨਰਸ਼ਿਪ 'ਚ ਬੈਠੇ ਹੋ, ਹੈ ਨਾ। ਮਤਲਬ ਉਹ ਤੁਸੀਂ ਦੇਖੋ ਰੋਜ਼ ਕੱਲ ਨਵਜੋਤ ਸਿੰਘ ਸਿੱਧੂ ਢਿੰਡਰੀਆਂ ਵਾਲੇ ਨੂੰ ਮਿਲ ਕੇ ਆਇਆ, ਮਤਲਬ ਇਹ ਫਿਰ ਕੀ ਆ, ਉਹਨਾਂ ਨੂੰ ਤੁਸੀਂ ਕੀ ਮੰਨਦੇ ਹੋ? ਸਤਿ ਸ਼੍ਰੀ ਅਕਾਲ, ਬਰਾਊਜ਼ਲੀ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਗੱਲ ਕਰਾਂਗੇ ਅੱਜ ਕਾਮਰੇਡ ਬਾਰੇ। ਕਾਮਰੇਡ ਕੀ ਹੈ, ਕਮਿਊਨਿਸਟ ਵਿਚਾਰਧਾਰਾ ਕੀ ਹੈ। ਜਦੋਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਹੁੰਦੀ ਹੈ ਤਾਂ ਰਸ਼ੀਆ ਦੇ ਕਾਮਰੇਡ ਤੇ ਪੰਜਾਬ ਦੇ ਕਾਮਰੇਡ ਦੇ ਵਿੱਚ ਫਰਕ ਕੀ ਹੈ, ਉਹਨਾਂ ਦੇ ਵਿੱਚ ਫਰਕ ਕੀ ਹੈ। ਜਿਹੜੇ ਕਾਮਰੇਡ ਲਫ਼ਜ਼ ਸੁਣਦੇ ਆ ਆਪਣੇ ਜ਼ਿਹਨ ਦੇ ਵਿੱਚ ਕੋਈ ਇਮੇਜ ਬਣਾਉਂਦੇ ਨੇ, ਕੋਈ ਤਸਵੀਰ ਬਣਾਉਂਦੇ ਨੇ, ਕੀ ਖਿਆਲ ਕੀ ਹੁੰਦਾ ਹੈ ਕਿ ਕੌਣ ਨੇ ਕਾਮਰੇਡ। ਤੇ ਦੂਜੇ ਪਾਸੇ ਕਈ ਸਾਰੀਆਂ ਬਿਆਨਬਾਜ਼ੀਆਂ ਗਤੀਵਿਧੀਆਂ ਹੋਈਆਂ ਨੇ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਉਸ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਬਾਈ ਸੰਦੀਪ ਹੋਣੀ, ਜੋ ਕਿ ਇੱਕ ਵਿਚਾਰਧਾਰਾ ਦੇ ਨਾਲ ਲਗਾਤਾਰ ਰਹੇ ਨੇ, ਉਸ ਦੀ ਗੱਲ ਵੀ ਕਰਦੇ ਨੇ। ਬਾਈ ਸਭ ਤੋਂ ਪਹਿਲਾਂ ਸਵਾਲ ਮੈਂ ਜਿਵੇਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ, ਰਸ਼ੀਆ ਦਾ ਕਾਮਰੇਡ ਲੈਨਿਨ ਕੌਣ ਸੀ, ਜਾਂ ਉਹਨਾਂ ਦੀ ਪਹਿਚਾਣ ਇੱਕ ਅੱਡ ਸੀ। ਜਦੋਂ ਪੰਜਾਬ ਦੇ ਵਿੱਚ ਕਾਮਰੇਡ ਲਫ਼ਜ਼ ਨੂੰ ਕਈ ਲੋਕ ਐਂ ਵਰਤਦੇ ਜਿਵੇਂ ਗਾਲ ਹੋਵੇ, ਇਹ ਕਿਉਂ ਹੋਇਆ ਤੇ ਇਸ ਦੇ ਮਾਇਨੇ ਕੀ ਨੇ? ਅਸਲ ਦੇ ਵਿੱਚ ਅਗਰ ਰਸ਼ੀਆ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰੀਏ ਕਿ ਮਤਲਬ ਕਾਮਰੇਡ ਦਾ ਜੋ ਮਤਲਬ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈਗਾ, ਉਹ ਇੱਕ ਇਸ ਤਰੀਕੇ ਦੇ ਸਮਾਜ ਦੀ ਕਲਪਨਾ ਕਰਦੇ ਨੇ ਜਿਹਦੇ ਵਿੱਚ ਮਜ਼ਦੂਰ ਜਮਾਤ ਆ ਜਿਹੜੀ ਜਿਹੜੇ ਮਿਹਨਤਕਸ਼ ਲੋਕ ਨੇ ਉਹ ਪੂਰੀ ਸੱਤਾ ਦੇ ਵਿੱਚ ਕਾਬਜ ਹੋਣਗੇ ਤੇ ਉਹਨਾਂ ਦੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਦੇ ਹਿਸਾਬ ਦੇ ਨਾਲ ਸਾਰਾ ਕੁਝ ਚੱਲੇਗਾ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੂਰਾ ਸਾਮਰਾਜਵਾਦੀ ਤਾਕਤਾਂ ਕਬਜ਼ੇ ਦੇ ਵਿੱਚ ਕਰ ਰੱਖੀਆਂ ਨੇ, ਇਹਨਾਂ ਨੇ ਪੂਰੇ ਵਰਲਡ ਦੇ ਵਿੱਚ ਮਤਲਬ ਇਹਨਾਂ ਦਾ ਰਾਜ ਚੱਲ ਰਿਹਾ, ਤੇ ਇੰਡੀਆ ਦੇ ਵਿੱਚ ਵੀ ਸਾਮਰਾਜੀ ਤਾਕਤਾਂ ਦੇ ਅਧੀਨ ਹੀ ਸਾਰਾ ਕੁਝ ਚੱਲ ਰਿਹਾ। ਯਾਨੀ ਕਿ ਇਸ ਵਿਚਾਰਧਾਰਾ ਦਾ ਕੋਰ ਆਰਥਿਕ ਹੈ, ਇਕਨੋਮਿਕ ਜਿਹੜਾ ਉਸ ਦੇ ਆਲੇ ਦੁਆਲੇ ਘੁੰਮਦਾ ਕਿ ਕਿਵੇਂ ਵੰਡ ਹੋਵੇ। ਪੋਲਿਟਿਕਸ ਹੈ ਨਾ ਉਹਦੀ, ਮਤਲਬ ਰਾਜਨੀਤਿਕ ਆਰਥਿਕਤਾ ਅਸਲ ਦੇ ਵਿੱਚ ਕਿ ਇਕਨੋਮਿਕ ਰਿਸੋਰਸਸ ਦੇ ਉੱਪਰ ਕਿਹੜੀ ਜਮਾਤ ਕਾਬਜ ਰਹੇਗੀ ਤੇ ਉਹਦੇ ਉੱਪਰ ਰੂਲ ਕੌਣ ਕਰੇਗਾ। ਮਤਲਬ ਸਾਡੀ ਜਿਹੜੀ ਵਿਚਾਰਧਾਰਾ ਸੀ, ਜੋ ਭਗਤ ਸਿੰਘ ਦੀ ਵੀ ਵਿਚਾਰਧਾਰਾ ਹੈ ਕਿ ਕਿਸ ਤਰੀਕੇ ਦਾ ਸਮਾਜ ਜਿਹਦੇ ਵਿੱਚ ਮਜ਼ਦੂਰ ਤੇ ਛੋਟੀ ਕਿਸਾਨੀ ਦਾ ਰਾਜ ਹੋਏਗਾ, ਜਿਹਦੇ ਵਿੱਚ ਮਜ਼ਦੂਰਾਂ ਦੇ ਹੱਕ ਸੱਚ ਦੀ ਗੱਲ ਕੀਤੀ ਜਾਏਗੀ, ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਏਗਾ, ਸਾਰੇ ਲੋਕਾਂ ਨੂੰ ਪੜ੍ਹਨ ਦਾ ਲਿਖਣ ਦਾ ਜੋ ਬੇਸਿਕ ਫੈਸਿਲਿਟੀਜ਼ ਨੇ ਉਹ ਸਾਰੀਆਂ ਹੋਣਗੀਆਂ, ਤੇ ਮਜ਼ਦੂਰ ਆਪਣੀ ਡੈਸਟਨੀ ਦਾ ਆਪ ਮਾਲਕ ਹੋਏਗਾ। ਮਤਲਬ ਉਹਨੂੰ ਜਿਸ ਤਰ੍ਹਾਂ ਅੱਜ ਮੁਨਾਫਾਖੋਰੀ ਜਿਹੜਾ ਸਿਸਟਮ ਹੈ ਉਹ ਆਪਣੇ ਹਿਸਾਬ ਨਾਲ ਉਹ ਮਜ਼ਦੂਰ ਨੂੰ ਇੱਕ ਕਮੋਡਿਟੀ ਬਣਾ ਛੱਡਿਆ ਉਹਨਾਂ ਨੇ। ਮਤਲਬ ਇੱਥੇ ਕੰਮ ਕਰਨ ਵਾਲੇ ਲੋਕ ਉਹਨਾਂ ਲਈ ਇੱਕ ਕਮੋਡਿਟੀ ਨੇ, ਉਹਨਾਂ ਦੀ ਜਿਹੜੀ ਲੇਬਰ ਵੈਲਿਊ ਆ ਉਹ ਸਾਰੀ ਪੂੰਜੀਪਤੀ ਜਾਂ ਸਾਮਰਾਜਵਾਦੀ ਤਾਕਤਾਂ ਉਹਨੂੰ ਐਕਸਪਲੋਇਟ ਕਰਦੀਆਂ ਨੇ, ਤਾਂ ਉਹ ਆਪਣੇ ਮੁਨਾਫੇ ਲਈ ਉਹਨਾਂ ਨੂੰ ਯੂਜ਼ ਕਰਦੀਆਂ ਨੇ। ਤਾਂ ਲੇਬਰ ਨੂੰ ਰਿਡਿਊਸ ਕਰ ਦਿੱਤਾ ਗਿਆ ਕਿ ਇੱਕ ਕਮੋਡਿਟੀ, ਮਤਲਬ ਹਰ ਉਹ ਤਬਕਾ ਜਿਹੜਾ ਆਪਣੇ ਹੱਕ ਸੱਚ ਦੀ ਗੱਲ ਕਰਦਾ ਉਹ ਇਸ ਸਿਸਟਮ ਦੇ ਵਿੱਚ ਲੁੱਟਿਆ ਖਸੁੱਟਿਆ ਜਾ ਰਿਹਾ। ਬਹੁਤਾਤ ਇਹ ਗੱਲ ਕਹਿ ਕੇ ਇੱਥੇ ਖਤਮ ਕਰ ਦਿੰਦੀ ਹੈ ਕਿ ਇਹ ਤਾਂ ਪਰਫੈਕਸ਼ਨ ਵੱਲ ਨੂੰ ਗੱਲਾਂ ਨੇ, ਹਵਾਈ ਪੁਲਾਓ ਨੇ, ਇਹ ਕੋਈ ਬਣਨਾ ਥੋੜੀ ਹੈ। ਜਾਂ ਇਹਦੇ ਵਿੱਚ ਵੀ ਬਹੁਤ ਸਾਰੇ ਨਿਗਾਰ ਪਹਿਲਾਂ ਆਏ ਨੇ, ਉਦੋਂ ਵੀ ਐਟਰੋਸਿਟੀਜ਼ ਜ਼ੁਲਮ ਹੁੰਦੇ ਰਹੇ ਨੇ, ਕਾਮਰੇਡਾਂ ਵੱਲੋਂ ਵੀ ਕੀਤੇ ਗਏ। ਜਦੋਂ ਇੱਕ ਤਰੀਕੇ ਵਾਰ ਸੀ ਜਦੋਂ ਰਸ਼ੀਆ ਦੇ ਵਿੱਚ ਵੀ, ਤਾਂ ਉਦੋਂ ਭਾਵੇਂ ਲੈਨਿਨ ਸੀ ਭਾਵੇਂ ਸਟਾਲਿਨ ਸੀ, ਬਹੁਤ ਕੁਝ ਹੋਇਆ। ਉਹਨਾਂ ਨੇ ਵੀ ਤਾਂ ਕਹਿ ਸਕਦੇ ਹਾਂ ਐਟਰੋਸਿਟੀਜ਼ ਹਿਟਲਰ ਨਾਲੋਂ ਘੱਟ ਨਹੀਂ ਕੀਤੀਆਂ। ਮਤਲਬ ਜੋ ਸਾਮਰਾਜਵਾਦੀ ਤਾਕਤਾਂ ਨੇ ਉਹਨਾਂ ਦਾ ਇੱਕ ਪ੍ਰੋਪਾਗੈਂਡਾ ਰਿਹਾ ਕਿ ਜੋ ਇੱਕ ਕਮਿਊਨਿਸਟ ਸਟੇਟ ਜਿਹੜੀ ਮਤਲਬ ਮਜ਼ਦੂਰਾਂ ਦੀ, ਕਿਸਾਨਾਂ ਦੀ ਜਾਂ ਇੱਕ ਲੋਕਾਈ ਦੀ ਗੱਲ ਕਰਦੀ ਆ, ਉਹਨਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਜਦੋਂ ਸੱਤਾ ਸਥਾਪਿਤ ਹੁੰਦੀ ਹੈ ਤਾਂ ਇਹਦਾ ਸਿੱਧਾ ਮਤਲਬ ਆ ਕਿ ਪੂੰਜੀਪਤੀ ਜਿਹੜਾ ਸਾਮਰਾਜ ਆ ਉਹ ਖਤਮ ਹੋਏਗਾ, ਉਹਨੂੰ ਇੱਕ ਚੈਲੰਜ ਹੈ। ਤਾਂ ਉਹ ਉਸ ਚੈਲੰਜ ਵਜੋਂ ਦੇਖਦੇ ਹੋਏ ਉਹ ਜਿਹੜਾ ਸਮਾਜਵਾਦੀ ਸਿਸਟਮ ਹੈ ਜਾਂ ਕਮਿਊਨਿਸਟ ਰਾਜ ਆ ਉਹਨੂੰ ਖਤਮ ਕਰਨ ਦੇ ਲਈ ਉਹਦੇ ਲਈ ਕੂੜ ਪ੍ਰਚਾਰ ਕੀਤਾ ਜਾਂਦਾ। ਸਟਾਲਿਨ ਬਾਰੇ ਵੀ ਇਹੀ ਕੂੜ ਪ੍ਰਚਾਰ ਕੀਤਾ ਜਾਂਦਾ, ਉਹਨੂੰ ਹਿਟਲਰ ਦੇ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਆ। ਲੇਕਿਨ ਅਗਰ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਉਹ ਸਮਾਜ ਦੀ ਉਸਾਰੀ ਕਰਦੇ ਨੇ, ਕਿਸ ਤਰੀਕੇ ਨਾਲ ਜੋ ਮਜ਼ਦੂਰਾਂ ਦਾ ਉੱਥੇ ਸਟੇਟ ਆਉਂਦੀ ਹੈ ਤੇ ਐਜੂਕੇਸ਼ਨ ਦਾ ਕੀ ਹਾਲ ਰਿਹਾ, ਕਿੰਨੀ ਮਜ਼ਦੂਰੀ ਬੇਰੁਜ਼ਗਾਰੀ ਉਹਨਾਂ ਨੇ ਕਿਵੇਂ ਦੂਰ ਕੀਤੀ ਆ, ਕਿਵੇਂ ਮਤਲਬ ਜਿਹੜੀਆਂ ਪਲੰਘਾਂ ਪੂੰਜੀਵਾਦੀ ਸਮਾਜ ਨੇ ਬਹੁਤ ਸਾਰੇ ਸਾਲਾਂ ਦੇ ਵਿੱਚ ਕੀਤੀਆਂ, ਉਹ ਛੋਟੇ ਜਿਹੇ ਵਕਫੇ ਦੇ ਵਿੱਚ ਉਹਨਾਂ ਨੇ ਕਿਵੇਂ ਮਤਲਬ ਇੱਕ ਸਮਾਜ ਨੂੰ ਮਤਲਬ ਪਲਾੜ ਤੱਕ ਪਹੁੰਚਾਤਾ। ਮਤਲਬ ਉੱਥੇ ਇੱਕ ਰਾਜ ਸਥਾਪਿਤ ਕੀਤਾ ਜਿਹਦੇ ਵਿੱਚ ਮਜ਼ਦੂਰ ਦੀ ਆਪਣੀ ਚੱਲਦੀ ਆ, ਉੱਥੇ ਐਜੂਕੇਸ਼ਨ ਸਾਰਿਆਂ ਨੂੰ ਮਿਲਦੀ ਆ। ਤਾਂ ਉਹ ਇੱਕ ਸਮਾਜ ਸਿਰਜਿਆ, ਤਾਂ ਉਹਦੇ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਨੇ ਵੀ ਉਹ ਕੀਤਾ। ਮਤਲਬ ਉਹ ਠੀਕ ਹੈ ਕਿ ਜਿਹੜਾ ਉਹ ਰਾਜ ਜਿਹੜੇ ਪੂੰਜੀਪਤੀ ਸਮਾਜ ਨੇ ਜਿਹੜੇ ਵਾਪਸੀ ਕਰਨਾ ਚਾਹੁੰਦੇ ਸੀ ਸਮਾਜਵਾਦੀ ਦੁਆਰਾ, ਸਮਾਜਵਾਦੀ ਰਾਜ ਨੂੰ ਢਾਹ ਕੇ ਪੂੰਜੀਪਤੀ ਰਾਜ ਦੁਆਰਾ ਸਥਾਪਿਤ ਕਰਨਾ ਚਾਹੁੰਦੇ ਨੇ, ਜਿਹੜੇ ਕੁਲਕਾਂ ਨੂੰ ਖਤਮ ਕੀਤਾ
ਉਹ ਕੁਲਕ ਦੁਆਰਾ ਜਿਹੜੇ ਫੂਡਲ ਲੈਂਡਲੋਰਡ ਸੀਗੇ ਉਹ ਦੁਆਰਾ ਵਾਪਸੀ ਦੀ ਗੱਲ ਕਰਦੇ ਨੇ, ਤਾਂ ਉਹਨਾਂ ਲਈ ਤਾਂ ਉਹ ਖਤਰਨਾਕ ਰਾਜ ਹੀ ਹੈ। ਜੀ। ਜਿਹੜੇ ਲੁੱਟ ਖਸੁੱਟ ਕਰਨ ਵਾਲੇ ਲੋਕ ਨੇ ਜਾਂ ਉਹਨਾਂ ਦੀ ਵਿਚਾਰਧਾਰਾ ਜਾਂ ਉਹ ਰਾਜ ਦੀ ਕਲਪਨਾ ਕਰਦੇ ਆ, ਉਹਨਾਂ ਲਈ ਸਟਾਲਿਨ ਲੈਨਿਨ ਉਹਨਾਂ ਲਈ ਵਿਲਨ ਹੈ, ਤੇ ਉਹ ਵਿਲਨ ਹੋਣੇ ਵੀ ਚਾਹੀਦੇ ਨੇ। ਮਤਲਬ ਜਿਹੜੇ ਲੁੱਟਣ ਵਾਲੇ ਲੋਕ ਨੇ, ਲੁੱਟਣ ਵਾਲੀ ਵਿਚਾਰਧਾਰਾ, ਡਿਸਕ੍ਰਿਮੀਨੇਸ਼ਨ ਦੀ ਵਿਚਾਰਧਾਰਾ, ਉਹਨਾਂ ਲਈ ਅਗਰ ਕਮਿਊਨਿਸਟ ਵਿਚਾਰਧਾਰਾ ਵਿਲਨ ਨਹੀਂ ਹੈਗੀ ਤਾਂ ਫਿਰ ਇਹ ਸਾਡੇ ਲਈ ਵੀ ਪ੍ਰੋਬਲਮ ਹੈ ਜੀ। ਹੈ ਨਾ? ਪਰ ਪੰਜਾਬ ਦੇ ਵਿੱਚ ਵਿਲਨ ਬਣ ਗਈ। ਪੰਜਾਬ ਦੇ ਵਿੱਚ ਐਂ ਕਿਹਾ ਜਾ ਰਿਹਾ ਕਿ ਸਿੱਖੀਜ਼ਮ ਜਾਂ ਇੱਕ ਵੱਡਾ ਤਬਕਾ ਜੋ ਸਿੱਖ ਹੋਣ ਨੂੰ ਕਲੇਮ ਕਰਦਾ, ਤੇ ਉਹ ਕਹਿੰਦਾ ਵੀ ਇਹ ਕਮਿਊਨਿਸਟ ਪੰਜਾਬ ਦੇ ਗੱਦਾਰ ਨੇ, ਇਹ ਹਮੇਸ਼ਾ ਰਾਸ਼ਟਰਵਾਦੀ ਹਿੱਤਾਂ ਦੀ ਗੱਲ ਕਰ ਜਾਂਦੇ ਨੇ, ਇਹ ਤਾਂ ਸੈਂਟਰ ਦੇ ਹਿੱਤ ਵਿੱਚ ਭੁਗਤ ਜਾਂਦੇ ਨੇ, ਪੰਜਾਬ ਦੀ ਗੱਲ ਹਮੇਸ਼ਾ ਉਲਟ ਕਰਦੇ ਨੇ ਇਹ। ਅਸਲ ਦੇ ਵਿੱਚ ਦੇਖੋ, ਜਿਹੜੀ ਕੋਈ ਵੀ ਲਹਿਰ ਆ, ਜਿੱਦਾਂ ਕਮਿਊਨਿਸਟ ਵਿਚਾਰਧਾਰਾ, ਉਹਦੇ ਵਿੱਚ ਬਹੁਤ ਸਾਰੀਆਂ ਸ਼ੇਡਸ ਨੇ। ਉਹਦੇ ਵਿੱਚ CPI ਆ, CPIM ਹੈ, CPM ਲਿਬਰੇਸ਼ਨ ਆ, ਮਤਲਬ ਉਹਦੇ ਵਿੱਚ ਕਿੰਨੇ ਹੀ ਸ਼ੇਡਸ ਨੇ। ਐਵੇਂ ਹੀ ਅਗਰ ਆਪਾਂ ਸਿੱਖੀ ਦੀ ਗੱਲ ਕਰੀਏ ਤਾਂ ਸਿੱਖੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਲੀ ਲਾਈਨ ਵੀ ਆ ਕਿ ਤੁਸੀਂ ਉਹਨੂੰ ਸਿੱਖੀ ਮੰਨਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖੀ ਦੀ ਗੱਲ ਕਰਕੇ ਆਪਣਾ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਖ ਨੇ। ਮਤਲਬ ਸਾਰੇ ਸਿੱਖੀ ਦੀ ਗੱਲ ਕਰਦੇ ਨੇ। ਸਿੱਖੀ ਦੇ ਵਿੱਚ ਵੀ ਬਹੁਤ ਸਾਰੀਆਂ ਸ਼ੇਡਸ ਨੇ ਕਿ ਜਿਹੜੇ ਕਿ ਖਾਲਸਾ ਰਾਜ ਦੀ ਕਲਪਨਾ ਕਰਦੀਆਂ ਨੇ। ਲੇਕਿਨ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹ ਡਿਬੇਟ ਫਾਲਤੂ ਦੀ ਡਿਬੇਟ ਪੈਦਾ ਕੀਤੀ ਜਾ ਰਹੀ ਹੈ, ਅਸਲ ਦੇ ਵਿੱਚ ਸਾਡੇ ਬੇਸਿਕ ਮੁੱਦਿਆਂ ਤੋਂ ਭਟਕਾ ਕੇ ਕਿ ਸਾਡੇ ਪੰਜਾਬੀਅਤ ਦੇ ਮੁੱਦੇ ਕੀ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕੀ ਹੈ, ਇੱਕ ਫੈਡਰਲ ਢਾਂਚੇ ਦੀ ਗੱਲ ਕੀ ਹੈ, ਕਿ ਇੱਥੇ ਛੋਟੀ ਕਿਸਾਨੀ ਦਾ ਉਹ ਪਾਰ ਉਤਾਰਾ ਕਿਵੇਂ ਹੋਏਗਾ, ਇੱਥੇ ਖੇਤ ਮਜ਼ਦੂਰਾਂ ਦਾ ਰਾਜ ਕਿਵੇਂ ਆਏਗਾ, ਇੱਥੇ ਪੜ੍ਹਾਈ ਲਿਖਾਈ ਜਿਹੜੀ ਹੈਗੀ ਸਭ ਨੂੰ ਫ੍ਰੀ ਕਿੱਦਾਂ ਹੋਏਗੀ, ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ, ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਸਾਡੇ ਤੋਂ ਖੋਇਆ ਹੋਇਆ ਉਹ ਕਿਵੇਂ ਵਾਪਸ ਹੋਊਗਾ, ਪਾਣੀਆਂ ਦੇ ਮੁੱਦੇ ਕਿਵੇਂ ਹੱਲ ਹੋਣਗੇ, ਲੈਂਡ ਰਿਫਾਰਮ ਕਿਵੇਂ ਹੋਣਗੇ। ਇਹ ਸਾਡੇ ਮੁੱਦੇ ਨੇ, ਪੰਜਾਬੀਅਤ ਦੇ ਸਾਰੀ ਲੋਕਾਈ ਕੁੱਲ ਪੰਜਾਬੀਅਤ ਦੇ ਮੁੱਦੇ ਨੇ। ਮਤਲਬ ਇਹਦੇ ਵਿੱਚ ਜਿਹੜੀਆਂ ਦੂਜੀ ਤਾਕਤਾਂ ਨੇ, ਜਿਹੜੀਆਂ ਸਿੱਖ ਰਾਜ ਦੀ ਵੀ ਗੱਲ ਕਰਦੀਆਂ ਨੇ, ਉਹਨਾਂ ਨੂੰ ਵੀ ਮੈਨੂੰ ਲੱਗਦਾ ਰੀਵਿਜ਼ਿਟ ਕਰਨ ਦੀ ਲੋੜ ਹੈ ਕਿ ਸਾਰਿਆਂ ਨੂੰ ਇੱਕ ਰੱਸੇ ਲਪੇਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਤੇ ਨਾਲੇ ਜਿਹੜੀ ਇਹ ਨਾਸਤਿਕਤਾ ਵਾਲਾ ਪ੍ਰਚਾਰ ਆ, ਮੈਂ ਇੱਥੇ ਸਵਾਲ ਕਰ ਲੈਣਾ। ਪ੍ਰੋਫੈਸਰ ਸੁਰਜੀਤ ਦੀ ਗੱਲ ਹੁੰਦੀ ਆ, ਹੁਣ ਚਰਚਾ ਦੇ ਵਿੱਚ ਰਿਹਾ ਮਸਲਾ, ਜਾਂਚ ਕਾਰਵਾਈ ਦੀ ਆਦੇਸ਼ ਦਿੱਤੇ ਗਏ ਨੇ ਕਿ ਪੜਤਾਲ ਹੋਵੇ, ਤਾਂ ਇਹ ਵੀ ਕਿਹਾ ਗਿਆ ਕਿ ਪ੍ਰੋਫੈਸਰ ਸੁਰਜੀਤ ਵਰਗੇ ਇੱਕ ਜੋੜ ਦਿੱਤਾ ਗਿਆ, ਇੱਕ ਤਬਕੇ ਨੂੰ ਕਿਹਾ ਜਾ ਰਿਹਾ ਵੀ ਇਹਨਾਂ ਨੇ ਯੂਨੀਵਰਸਿਟੀਆਂ ਕਾਲਜ ਆਪਣੇ ਮੱਠ ਬਣਾ ਲਏ ਨੇ। ਇੱਥੋਂ ਤੱਕ ਕਿ ਇੱਕ ਸ਼ਖਸ ਨੇ ਇਹ ਵੀ ਟਾਰਗੇਟ ਕੀਤਾ ਕਿ ਜਿਵੇਂ ਰਾਮ ਰਹੀਮ ਦੀਆਂ ਪ੍ਰੇਮਨਾ ਨੇ, ਉਵੇਂ ਇੱਥੇ ਜਿਹੜੀਆਂ ਵਿਦਿਆਰਥਣਾਂ ਨੂੰ ਪ੍ਰੇਮਨਾ ਤੱਕ ਕਹਿ ਦਿੱਤਾ ਗਿਆ ਕਿ ਇਸ ਤਰੀਕੇ ਇੱਕ ਬੰਦੇ ਦੇ ਪਾਪ ਨੂੰ ਜਾਂ ਉਸ ਦੇ ਕਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਸ਼ੈਲਟਰ ਕੀਤਾ ਜਾ ਰਿਹਾ। ਦੇਖੋ, ਇਹ ਤਾਂ ਕੂੜ ਪ੍ਰਚਾਰ ਹੈ ਜਾਂ ਨਾ ਸਮਝੀ ਆਪਾਂ ਕਹਿ ਸਕਦੇ ਹਾਂ ਕਿ ਅਸਲ ਦੇ ਵਿੱਚ ਤੁਸੀਂ ਜਿਹੜਾ ਕੋਈ ਵੀ ਥੋੜਾ ਬਹੁਤਾ ਗੱਲ ਕਰਦਾ, ਤੁਸੀਂ ਹਰੇਕ ਨੂੰ ਹੀ ਆਪਣੇ ਹਿਸਾਬ, ਆਪਣੀ ਸਹੂਲੀਅਤ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਉਹਨਾਂ ਦੀ ਪੋਲਿਟਿਕਸ ਦੇ ਨਾਲ ਸੋਭਦਾ ਚੀਜ਼ ਹੈ, ਉਹ ਹਰੇਕ ਨੂੰ ਕਹਿ ਦਿੰਦੇ ਨੇ ਕਿ ਇਹ ਤਾਂ ਕਾਮਰੇਡ ਹੈ। ਕਾਮਰੇਡ ਦਾ ਉਹਨਾਂ ਨੂੰ ਵੀ ਨਹੀਂ ਮਤਲਬ ਪਤਾ ਕਿ ਕਾਮਰੇਡ ਕੀ ਆ, ਕਿ ਕਾਮਰੇਡ ਦੀ ਵਿਚਾਰਧਾਰਾ ਕੀ ਆ। ਤੇ ਉਹ ਮੈਨੂੰ ਲੱਗਦਾ ਰੀਵਿਜ਼ਿਟ ਕਰਨ ਦੀ ਲੋੜ ਆ ਕਿ ਅੱਜ ਜਦੋਂ BJP RSS ਵਰਗੀਆਂ ਤਾਕਤਾਂ ਪੂਰੇ ਦੇਸ਼ ਦੇ ਵਿੱਚ ਹਮਲੇ ਕਰ ਰਹੀਆਂ, ਮਜ਼ਦੂਰਾਂ ਤੇ ਹਮਲੇ ਕਰ ਰਹੀਆਂ, ਕਿਸਾਨਾਂ ਤੇ ਹਮਲੇ ਕਰ ਰਹੀਆਂ, ਮੁਸਲਮਾਨਾਂ ਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ, ਸਿੱਖਾਂ ਦੇ ਉੱਪਰ ਵੀ ਟਾਰਗੇਟ ਕੀਤਾ ਜਾ ਰਿਹਾ। ਬਹੁਤਾਤ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਬੈਠਾ, ਜਦੋਂ ਕਾਮਰੇਡ ਲਫ਼ਜ਼ ਸੁਣਦਾ, ਉਹਦੇ ਮਨ ਦੇ ਵਿੱਚ ਜਿੰਨਾ ਕੁ ਮੈਂ ਭਾਪਿਆ ਕਿ ਉਹ ਇਹ ਸੋਚਦਾ ਕਿ ਨਾਸਤਕ, ਸਿੱਖ ਵਿਰੋਧੀ। ਇਹ ਡੈਫੀਨੇਸ਼ਨ ਕਿਵੇਂ ਤੇ ਕਿਸ ਨੇ ਇਮੇਜ ਜੋੜ ਦਿੱਤੀ? ਮਤਲਬ ਦੇਖੋ, ਆਪਣੀ ਜਿਹੜੀ ਅੰਡਰਸਟੈਂਡਿੰਗ ਆ ਉਹ ਤਾਂ ਇਹੀ ਆ ਕਿ ਦੇਖੋ, ਮਤਲਬ ਕਿਸੇ ਰਿਲੀਜੀਅਸ ਆਇਡੈਂਟੀਟੀ ਤੇ ਤੁਸੀਂ ਸਟੇਟ ਸਿਰਜਣ ਦੀ ਗੱਲ ਕਰੋਗੇ ਤਾਂ ਉਹ ਮਤਲਬ ਕੁੱਲ ਲੋਕਾਈ ਜਿਹੜੀ ਪੰਜਾਬ ਆ, ਪੰਜਾਬ ਦੇ ਵਿੱਚ ਹਿੰਦੂ ਵੀ ਵੱਸਦੇ ਨੇ, ਸਿੱਖ ਵੀ ਵੱਸਦੇ ਨੇ, ਮੁਸਲਿਮ ਵੀ ਵੱਸਦੇ ਨੇ। ਅਗਰ ਤੁਸੀਂ ਸਿੱਖ ਸਟੇਟ ਦੀ ਗੱਲ ਕਰੋਗੇ ਤਾਂ ਫਿਰ ਜਿਹੜੇ ਪੰਜਾਬੀ ਹਿੰਦੂ ਆ ਉਹ ਕਿੱਥੇ ਜਾਣਗੇ? ਤਾਂ ਉਹਨਾਂ ਦੀ ਉਹ ਮਤਲਬ ਉਹ ਵੀ ਪੰਜਾਬੀਅਤ ਦੇ ਇਕੁਅਲ ਸਟੇਕ ਹੋਲਡਰ ਨੇ। ਤਾਂ ਉਹ ਕਹਿੰਦੇ ਸੀ ਸਿੱਖ ਸਟੇਟ ਇਨਕਲੂਸਿਵ ਆ, ਖਾਲਸਾ ਰਾਜ ਦੇ ਵਿੱਚ ਹਿੰਦੂ ਵੀ ਸੀ, ਮਹਾਰਾਜਾ ਰਣਜੀਤ ਸਿੰਘ। ਮਤਲਬ ਹਿੰਦੂ ਰਾਸ਼ਟਰ ਵਾਲੇ ਵੀ ਇਹੀ ਗੱਲ ਕਰਦੇ ਨੇ। ਮਤਲਬ ਫਰਕ ਕਰਨ ਦੀ ਲੋੜ ਆ ਕਿ ਹਾਂ, ਸਾਡੀ ਇਹ ਪੋਜੀਸ਼ਨ ਹੈ ਕਿ ਸਿੱਖ ਆਇਡੈਂਟੀਟੀ ਦੇ ਉੱਪਰ ਕੋਈ ਹਮਲਾ ਕਰਦਾ, ਸਿੱਖ ਕਦਰਾਂ ਕੀਮਤਾਂ ਦਾ ਜਿਹੜਾ ਉਹਨਾਂ ਦਾ ਜਮਹੂਰੀ ਹੱਕ ਆ ਕਿ ਸਾਡਾ ਰਿਲੀਜੀਅਸ ਪ੍ਰੈਕਟਿਸ ਦਾ ਹੱਕ ਹੈ, ਜਾਂ ਉਹ ਇੱਕ ਕੋਈ ਸਿੱਖ ਹੋਣ ਦੇ ਨਾਤੇ ਕਿਸੇ ਨੂੰ ਟਾਰਗੇਟ ਕੀਤਾ ਜਾ ਰਿਹਾ, ਤਾਂ ਉਹਦੇ ਖਿਲਾਫ ਡਟ ਕੇ ਖੜਨਾ ਚਾਹੀਦਾ। ਬਟ ਉਹਦੀ ਆੜ ਦੇ ਵਿੱਚ ਜਿਹੜੀ ਆਪਣੀ ਪੋਲਿਟਿਕਸ ਸਿਰਜਦੇ ਆ, ਮਤਲਬ ਉਹ ਕਿਸਾਨ ਪੱਖੀ ਤੇ ਮਜ਼ਦੂਰ ਪੱਖੀ ਕਿਵੇਂ ਹੋਊਗੀ? ਮਤਲਬ ਕਿਸਾਨ ਤੇ ਮਜ਼ਦੂਰ ਦੀ ਜਿਹੜੇ ਮੁੱਦੇ ਨੇ ਇਹ ਪ੍ਰਾਇਮਰੀ ਮੁੱਦੇ ਨੇ, ਸਾਡੀ ਕੁੱਲ ਲਕਾਈ ਦੇ ਮੁੱਦੇ ਨੇ। ਤਾਂ ਤੁਸੀਂ ਅਗਰ ਉਹ ਐਡਰੈਸ ਨਹੀਂ ਕਰਦੇ ਤਾਂ ਸਾਡੀ ਪੰਜਾਬੀ ਦੇ ਮਸਲੇ ਵੀ ਐਡਰੈਸ ਨਹੀਂ ਹੋਣੇ। ਯਾਨੀ ਹਰਪ੍ਰੀਤ ਸਿੰਘ ਕਹਿੰਦੇ ਵਿਦਿਆਰਥੀ ਨੇ, ਅਧਿਆਪਕ ਨੇ, ਜਿਹੜੇ ਐਜੂਕੇਸ਼ਨ ਢਾਂਚੇ ਨੇ, ਜਿਵੇਂ ਹੁਣ ਆਪਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਹਾਂ, ਕਿ ਇਹਨਾਂ ਅਦਾਰਿਆਂ ਦੇ ਵਿੱਚ ਨਾਸਤਿਕ ਝੁਕਾਅ ਵਾਲੇ ਲੋਕ, ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹਨਾਂ ਦਾ ਕਬਜ਼ਾ ਅਧਿਆਪਕ ਉਹ ਨੇ। ਇਸ ਕਰਕੇ ਐਜੂਕੇਸ਼ਨ ਲੈਵਲ ਦੇ ਵਿੱਚ ਗਿਰਾਵਟ ਆਈ ਹੈ। ਯਾਨੀ ਕਿ ਨਾਸਤਿਕ ਹੋਣਾ ਮਾੜੇ ਕਿਰਦਾਰ ਦਾ ਇੱਕ ਪ੍ਰਤੀਕ ਉਹਨਾਂ ਨੇ
ਇੱਕ ਤਰੀਕੇ ਮਾਇਨਾ ਤੇ ਇਹੀ ਆ। ਮੈਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ ਮਤਲਬ ਚੰਗੀ ਐਡਵਾਈਸ ਦੇਣੀ ਚਾਹੀਦੀ ਆ ਕਿ ਇਹ ਐਡਵਾਈਸ ਚੰਗੀ ਐਡਵਾਈਸ ਨਹੀਂ ਹੈਗੀ ਕਿ ਯੂਨੀਵਰਸਿਟੀ ਅਦਾਰਿਆਂ ਦੇ ਵਿੱਚ ਮਤਲਬ ਕਿ ਰੈਸ਼ਨੈਲਿਟੀ ਦੀ ਗੱਲ ਕਰਨੀ ਹੀ ਚਾਹੀਦੀ ਆ ਕਿ ਸਾਇੰਟੀਫਿਕ ਟੈਂਪਰਾਮੈਂਟ ਦੀ ਗੱਲ ਕਰਨੀ ਚਾਹੀਦੀ ਆ। ਤਾਂ ਉਹ ਅਗਰ ਸਾਇੰਟੀਫਿਕ ਹੋ ਕੇ ਅਸੀਂ ਨਹੀਂ ਸੋਚਾਂਗੇ, ਸਾਇੰਸ ਐਂਡ ਰਿਲੀਜੀਅਨ ਤੁਹਾਨੂੰ ਐ ਲੱਗਦਾ ਧਰਮ ਤੇ ਵਿਗਿਆਨ ਇਕੱਠੇ ਨਹੀਂ ਚੱਲ ਸਕਦੇ? ਬਸ ਦੇਖੋ, ਅਗਰ ਤੁਸੀਂ ਸਾਇੰਸ ਦੀ ਗੱਲ ਕਰੋਗੇ ਤਾਂ ਸਾਇੰਸ ਤਰਕ ਦੀ ਗੱਲ ਕਰਦੀ ਆ ਤੇ ਰਿਲੀਜਨ ਜਿਹੜਾ ਹੈਗਾ ਉਹ ਵਿਸ਼ਵਾਸ ਦੀ ਗੱਲ ਕਰਦਾ। ਤਾਂ ਉਹਦੇ ਵਿੱਚ ਜੇ ਤੁਸੀਂ ਉਹ ਵਿਸ਼ਵਾਸ ਜੇ ਪਛਾਖੜੀ ਵੀ ਹੈਗਾ ਜਾਂ ਉਹ ਅੱਗੇ ਨੂੰ ਸਮਾਜ ਨੂੰ ਲੈ ਕੇ ਨਹੀਂ ਜਾ ਰਿਹਾ ਤਾਂ ਉਹ ਕਿੰਤੂ ਪਰੰਤੂ ਕਰਦਾ। ਜਿਹੜਾ ਤਰਕ ਹੈ ਜਾਂ ਰੈਸ਼ਨੈਲਿਟੀ ਆ, ਰੈਸ਼ਨੈਲਿਟੀ ਸਮਾਜ ਨੂੰ ਅੱਗੇ ਲੈ ਕੇ ਗਈ ਆ। ਜਿੰਨਾ ਵੀ ਹੁਣ ਤੱਕ ਸਮਾਜ ਡਿਵੈਲਪ ਹੋਇਆ, ਜਿੰਨੀਆਂ ਵੀ ਖੋਜਾਂ ਹੋਈਆਂ ਉਹ ਰੈਸ਼ਨੈਲਿਟੀ ਦੇ ਤਰਕ ਦੇ ਨਾਲ ਹੋਈਆਂ। ਤੇ ਮਤਲਬ ਹਾਸੋਹੀਣੀ ਗੱਲ ਇਹ ਵੀ ਆ ਕਿ ਜਿਹੜੇ ਲੋਕ ਕਾਮਰੇਡੀ ਦਾ, ਨਾਸਤਿਕਤਾ ਦਾ ਵਿਰੋਧ ਕਰਦੇ ਨੇ ਉਹ ਵੀ ਰੈਸ਼ਨਲ ਆਰਗੂਮੈਂਟ ਕਰਕੇ ਹੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਤਾਂ ਉਹ ਵੀ ਇੱਕ ਪ੍ਰੋਬਲਮੈਟਿਕ ਹੈ ਕਿ ਉਹ ਆਪ ਵੀ ਇਸੇ ਤਰਕਾਂ ਨੂੰ ਯੂਜ਼ ਕਰਦੇ ਹੋਏ ਆਪਣੀ ਫਿਲਾਸਫੀ ਨੂੰ ਅੱਗੇ ਵਧਾਉਂਦੇ ਨੇ ਜੀ। ਤਾਂ ਉਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਫਿਰ ਅਗਰ ਇੰਨੀ ਹੀ ਨਾਸਤਿਕਤਾ ਜਾਂ ਰੈਸ਼ਨੈਲਿਟੀ ਇੰਨੀ ਮਾੜੀ ਆ ਫਿਰ ਉਹ ਰੈਸ਼ਨੈਲਿਟੀ ਦਾ ਯੂਜ਼ ਕਿਉਂ ਕਰਦੇ ਨੇ? ਇੱਕ ਕਿਹਾ ਜਾਂਦਾ ਕਿ ਜਿੰਨੇ ਇੰਸਟੀਟਿਊਸ਼ਨਸ ਨੇ, ਖਾਸ ਤੌਰ ਤੇ ਸਕੂਲ, ਕਾਲਜ, ਯੂਨੀਵਰਸਿਟੀਆਂ, ਧਰਮ ਨਿਰਪੱਖ ਹੋਣ। ਜਦੋਂ ਧਰਮ ਆਪਾਂ ਨਿਰਪੱਖ ਕਹਿੰਦੇ ਆ ਯਾਨੀ ਕਿ ਕੋਈ ਧਰਮ ਕਿਸੇ ਤੇ ਥੋਪਿਆ ਨਾ ਜਾਵੇ, ਤਾਂ ਕੀ ਫਿਰ ਉੱਥੇ ਨਾਸਤਿਕਤਾ ਵੀ ਕਾਊਂਟ ਹੋਏਗੀ ਕਿ ਨਾਸਤਿਕਤਾ ਵੀ ਕਿਸੇ ਤੇ ਥੋਪੀ ਨਾ ਜਾਵੇ? ਨਹੀਂ, ਨਾਸਤਿਕਤਾ ਦਾ ਮਸਲਾ ਨਹੀਂ ਹੈਗਾ, ਰੈਸ਼ਨੈਲਿਟੀ ਦਾ ਮਸਲਾ। ਮਤਲਬ ਬਹੁਤ ਸਾਰੇ ਨਾਸਤਿਕ ਇਹੋ ਜਿਹੇ ਨੇ ਜਿਹੜੇ ਮਤਲਬ ਪੂੰਜੀਪਤੀ ਸਮਾਜ, ਗਿਆਨੀ ਹਰਪ੍ਰੀਤ ਉਹ ਨਾਸਤਿਕਤਾ ਨੂੰ ਟਾਰਗੇਟ ਕਰ ਰਹੇ ਨੇ। ਉਹ ਨਾਸਤਿਕ ਨਹੀਂ, ਦੇਖੋ ਇਹ ਤਾਂ ਪੰਜਾਬ ਦੇ ਵਿੱਚ ਇੱਕ ਸੈਕਸ਼ਨ ਦੇ ਵੈਸਟਡ ਇੰਟਰਸਟ ਨੇ ਕਿ ਅਗਰ ਤੁਸੀਂ ਸਿੱਖ ਵਰਸਸ ਕਾਮਰੇਡ ਨਰੇਟਿਵ ਪੈਦਾ ਕਰੋਗੇ ਤਾਂ ਉਹਨਾਂ ਦੀ ਚੱਲੇਗੀ। ਕੌਣ ਨੇ ਇਹ? ਮਤਲਬ ਉਹ ਇੱਕ ਸੈਕਸ਼ਨ, ਖਾਸ ਸੈਕਸ਼ਨ ਹੈਗਾ ਜਿਹੜਾ ਇੰਸਟਾਗ੍ਰਾਮ, ਫੇਸਬੁੱਕ, ਮੀਡੀਆ ਤੇ ਚੱਲਦਾ। ਅਗਰ ਕੋਈ ਸਿੱਖ ਆਈਡੀਆ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਤਾਂ ਉਹ ਗਰਾਊਂਡ ਤੇ ਕੰਮ ਕਰੇ, ਨਾ ਕਿ ਸਿਰਫ ਡਿਬੇਟਾਂ ਤੇ ਇੰਸਟਾਗ੍ਰਾਮਾਂ ਤੇ ਫੇਸਬੁੱਕਾਂ ਤੇ ਉਹ ਚੀਜ਼ਾਂ ਚੁੱਲ ਜੇ। ਕੁਝ ਲੋਕ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕਹਿ ਲਈ ਸਿਆਸੀ ਜ਼ਮੀਨ ਲੱਭ ਰਹੇ ਨੇ। ਇਹ ਤਾਂ ਤੁਹਾਨੂੰ ਵੀ ਪਤਾ ਹੀ ਇਸ ਗੱਲ ਦਾ ਕਿ ਸਿਆਸਤ ਚਮਕਾਉਣ ਦੀ ਹੀ ਗੱਲ ਆ। ਅਗਰ ਤੁਸੀਂ ਕੋਈ ਸੁਹਿਰਦ ਹੈ ਤਾਂ ਉਹ ਬਹੁਤ ਸਾਰੇ ਮਸਲੇ ਨੇ, ਪੰਜਾਬੀ ਦੇ ਮਸਲੇ ਅੱਜ ਵੀ, ਜਿਹੜਾ ਅਨੰਦਪੁਰ ਸਾਹਿਬ ਦੇ ਬਹੁਤ ਸਾਰੇ ਜਿਹੜੇ ਮਸਲੇ ਨੇ ਉਹ ਉਵੇਂ ਦੇ ਉਵੇਂ ਹੀ ਖੜੇ ਨੇ। ਮਤਲਬ ਸਿੱਖ ਕਤਲੇਆਮ ਹੋਇਆ, ਉਹਦਾ ਇਨਸਾਫ ਨਹੀਂ ਸਾਨੂੰ ਮਿਲਿਆ। ਉਸ ਤੋਂ ਬਾਅਦ ਹੁਣ ਵੀ ਲਗਾਤਾਰ ਸਿੱਖ ਆਇਡੈਂਟੀਟੀ ਤੇ ਹਮਲੇ ਹੋ ਰਹੇ ਨੇ। ਹੁਣੇ ਕੈਨੇਡਾ ਦਾ ਤੁਸੀਂ ਮਸਲਾ ਦੇਖਿਆ ਹੋਣਾ, ਹੈ ਨਾ, ਉੱਥੇ ਕਤਲ ਹੋਇਆ। ਕਿਹੜੀਆਂ ਧਿਰਾਂ ਨੇ ਜਿਹੜੀਆਂ ਆਵਾਜ਼ ਚੱਕ ਰਹੀਆਂ? ਆਵਾਜ਼ ਤਾਂ ਕੋਈ ਨਹੀਂ ਚੱਕੀ ਜਾ ਰਹੀ। ਅਗਰ ਤੁਸੀਂ ਚੱਕੋਗੇ, ਮਤਲਬ ਆਪਾਂ ਤਾਂ ਚੱਕਦੇ ਹੀ ਰਹੇ ਹਾਂ। ਮਤਲਬ ਬਹੁਤ ਸਾਰੀਆਂ ਕਿਸਾਨੀ ਧਿਰਾਂ ਨੇ, ਸਰਜੀਤ ਸਿੰਘ ਫੂਲ ਹੋਰਾਂ ਨੇ ਵੀ ਇਹ ਗੱਲ ਮਤਲਬ ਕੱਲ੍ਹ ਟਵਿੱਟਰ ਤੇ ਟਵੀਟ ਕੀਤਾ ਕਿ ਇਹ ਫੇਲੀਅਰ ਆ ਕਿ ਸਟੇਟ ਕਿਵੇਂ ਇੰਟਰਵੀਨ ਕਰਦੇ ਦੂਜੇ ਦੇਸ਼ਾਂ ਦੇ ਅਫੇਅਰਸ ਦੇ ਵਿੱਚ। ਤਾਂ ਸਾਨੂੰ ਵੀ ਸੋਚਣਾ ਬਣਦਾ ਕਿ ਅਗਰ ਤੁਸੀਂ ਪੂਰੇ ਸਮਾਜ ਦੀ ਕੁੱਲ ਲੁਕਾਈ ਦਾ, ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਲੋਕਾਂ ਨੂੰ ਇਨਕਲੂਡ ਕਰਨਾ। ਪਰ ਉਹ ਇੱਕ ਤਬਕਾ ਇਹ ਵੀ ਕਹਿ ਰਿਹਾ, ਖਾਸ ਤੌਰ ਤੇ ਜਿਹੜੇ ਰਾਸ਼ਟਰਵਾਦੀ ਨੇ, ਉਹ ਤਾਂ ਇਹ ਕਹਿਣਗੇ ਕਿ ਜਸਟਿਨ ਟਰੂਡੋ ਆਪਣਾ ਵੋਟ ਬੈਂਕ ਦੇਖ ਰਿਹਾ। ਬਹੁਤਾਤ ਦੇ ਵਿੱਚ ਸਿੱਖ ਹੋ ਚੁੱਕੇ ਨੇ ਉੱਥੇ, ਉਹਨੇ ਉਹ ਵੋਟ ਬੈਂਕ ਦੇਖਣਾ, ਸ਼ਾਇਦ ਉਹਨੇ ਬਸ ਉਹਨਾਂ ਨੂੰ ਆਪਣੇ ਵੱਲ ਝੁਕਾਉਣ ਵਾਸਤੇ ਇੱਕ ਬਿਆਨ ਹੀ ਦੇਣਾ ਦਿੱਤਾ। ਨਹੀਂ, ਦੇਖੋ ਇਸ਼ੂ ਤਾਂ ਹੈਗਾ ਹੀ ਆ, ਉਹ ਵੋਟ ਬੈਂਕ ਪੋਲਿਟਿਕਸ ਕਰ ਰਿਹਾ ਹੋ ਸਕਦਾ, ਬਟ ਸਾਨੂੰ ਤਾਂ ਮਤਲਬ ਵੋਟ ਬੈਂਕ ਤੋਂ ਹਟ ਕੇ ਵੀ ਸੋਚਣ ਦੀ ਲੋੜ ਆ ਕਿ ਜਿਹੜੀਆਂ ਧਿਰਾਂ ਸੁਹਿਰਦ ਨੇ ਉਹਨਾਂ ਨੂੰ ਤਾਂ ਪੂਰੇ ਕੁੱਲ ਲੁਕਾਈ ਦੇ ਜੋ ਮੁੱਦੇ ਨੇ ਉਹਨਾਂ ਨੂੰ ਐਡਰੈਸ ਕਰਨਾ ਪਏਗਾ। ਮਤਲਬ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅੱਜ ਬਹੁਤ ਵੱਡੇ ਪੱਧਰ ਤੇ ਖਲਾ ਹੈ। ਮਤਲਬ ਕਿਸਾਨੀ ਦੇ ਵਿੱਚ ਅਗਰ ਦੇਖੀਏ ਤਾਂ ਲਗਾਤਾਰ ਰੋਜ਼ ਸੁਸਾਈਡ ਹੋ ਰਹੇ ਨੇ, ਖੇਤ ਮਜ਼ਦੂਰਾਂ ਦੇ ਰੋਜ਼ ਸੁਸਾਈਡ ਹੋ ਰਹੇ ਨੇ। ਪੰਜਾਬ ਦੇ ਵਿੱਚੋਂ ਇੱਕ ਵੱਡਾ ਸੈਕਸ਼ਨ ਬਾਹਰ ਹੋ ਰਿਹਾ, ਮਤਲਬ ਜਿਹੜਾ ਪੜ੍ਹਾਈ ਵੀ ਨਹੀਂ ਕਰਨਾ ਚਾਹੁੰਦਾ, +2 ਕਰਕੇ ਉਹਦਾ ਸੁਪਨਾ ਕਿ ਮੈਂ ਬਾਹਰ ਸੈੱਟ ਹੋ ਜਾ। ਉਹਦਾ ਕੀ ਹੈ ਕਿ ਪੰਜਾਬ ਦੀ ਆਰਥਿਕਤਾ ਦੇ ਵਿੱਚ, ਪੰਜਾਬ ਦੀ ਪੋਲਿਟੀ ਦੇ ਵਿੱਚ ਇੱਕ ਵੈਕਿਊਮ ਹੈ, ਸੋਸਾਇਟੀ ਦੇ ਵਿੱਚ ਵੈਕਿਊਮ ਹੈ। ਉਹ ਵੈਕਿਊਮ ਨੂੰ ਅਸੀਂ ਕਿਵੇਂ ਐਡਰੈਸ ਕਰਨਾ? ਇਹਦਾ ਮਾਇਨਾ ਇਹ ਵੀ ਹੋ ਸਕਦਾ ਕਿ ਆਉਣ ਵਾਲੇ 10-15 ਸਾਲਾਂ 'ਚ ਪੰਜਾਬ ਦਾ ਨੌਜਵਾਨ ਅਨਪੜ੍ਹ ਗਿਣਿਆ ਜਾਏਗਾ। ਮੌਜੂਦਾ ਲੈਵਲਸ ਦੇ ਪੈਮਾਨਿਆਂ ਦੇ ਹਿਸਾਬ ਨਾਲ 12ਵੀਂ ਕੀ ਹੁੰਦੀ ਆ? ਮਤਲਬ ਉਹ ਦੇਖੋ, ਅਨਪੜ੍ਹਤਾ ਜਾਂ ਪੜ੍ਹੇ ਲਿਖੇ ਸਾਰਾ ਅੱਜ ਕੱਲ੍ਹ ਤਾਂ ਉਹ ਡਿਫਰੈਂਸ ਹੀ ਥੋੜ੍ਹਾ ਜਿਹਾ ਖਤਮ ਹੁੰਦਾ ਜਾ ਰਿਹਾ, ਬਲਰ ਹੁੰਦਾ ਜਾ ਰਿਹਾ। ਲੇਕਿਨ ਹਾਂ, ਉਹ ਵੈਕਿਊਮ ਜ਼ਰੂਰ ਕ੍ਰੀਏਟ ਹੋ ਰਿਹਾ। ਅਤੇ ਇਹ ਸਾਡੇ ਜਿਹੜੇ ਇਸ਼ੂਜ਼ ਨੇ, ਮਤਲਬ ਪੰਜਾਬ ਦੀ ਐਡਾ ਵੱਡਾ ਖਲਾ ਪੰਜਾਬ ਦੇ ਵਿੱਚ, ਇਹਨੂੰ ਐਡਰੈਸ ਕਰਨ ਦੀ ਬਜਾਏ ਜਿਹੜੀਆਂ ਧਿਰਾਂ ਵੈਸਟਡ ਇੰਟਰਸਟ ਲੈ ਕੇ ਇਹਨੂੰ ਸਿੱਖ ਵਰਸਸ ਕਾਮਰੇਡ ਦਾ ਨਰੇਟਿਵ ਬਣਾ ਰਹੀਆਂ, ਮੈਨੂੰ ਲੱਗਦਾ ਉਹਨਾਂ ਨੂੰ ਰੀਵਿਜ਼ਿਟ ਕਰਨਾ ਚਾਹੀਦਾ ਕਿ ਅਗਰ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਜਾਂ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ ਤਾਂ ਪੰਜਾਬ ਦੇ ਜਿਹੜੇ ਰੀਅਲ ਇਸ਼ੂਜ਼ ਨੇ ਉਹ 'ਤੇ ਸਿਰ ਜੋੜ ਕੇ ਬੈਠੋ। ਚਾਹੇ ਉਹ ਸਿੱਖ ਧਿਰਾਂ ਨੇ, ਚਾਹੇ ਉਹ ਕਾਮਰੇਡ ਧਿਰਾਂ ਨੇ, ਦੋਨਾਂ ਦੇ ਵਿੱਚ ਇਹੋ ਜਿਹੇ ਐਲੀਮੈਂਟ ਹੈਗੇ ਨੇ। ਕਾਮਰੇਡ ਧਿਰਾਂ 'ਚ ਵੀ ਇਹੋ ਜਿਹੇ ਐਲੀਮੈਂਟ ਹੈਗੇ ਨੇ ਜਿਹੜੇ ਕੱਟੜਤਾ ਦੇ ਨਾਲ ਉਸ ਚੀਜ਼ ਦਾ ਬਿਨਾਂ ਮਤਲਬ ਤੋਂ ਵਿਰੋਧ ਕਰਦੇ ਨੇ। ਐਵੇਂ ਹੀ ਸਿੱਖਾਂ ਦੇ ਵਿੱਚ ਵੀ ਕੁਛ ਧਿਰਾਂ ਹੈਗੀਆਂ ਨੇ ਜਿਹੜੀਆਂ ਵੈਸਟਡ ਇੰਟਰਸਟ ਦੇ ਨਾਲ ਉਹ ਮਤਲਬ ਜਾਣਬੁੱਝ ਕੇ ਟਾਰਗੇਟ ਕਰਦੇ ਨੇ ਅਤੇ ਇਸ਼ੂ ਨੂੰ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਪ੍ਰੋਫੈਸਰ ਸੁਰਜੀਤ ਵਾਲੇ ਮਸਲੇ ਦੇ ਵਿੱਚ ਵੀ ਇਹ ਸਿੱਖ ਵਰਸਸ ਕਾਮਰੇਡ ਦਾ ਮਸਲਾ ਹੀ ਨਹੀਂ ਹੈਗਾ। ਮਤਲਬ ਇਹਨੂੰ ਫਾਲਤੂ ਦਾ ਤੁਸੀਂ ਉਹ ਰੰਗਤ ਦੇਣੀ, ਮਤਲਬ ਇਹ ਤਾਂ ਨਾ ਸਮਝੀ ਹੈ।
ਪਰ ਉਹ ਕਹਿੰਦੇ ਨਾ ਕਿ ਇਹਨਾਂ ਨੇ ਦੇਖੋ ਜਾਲ ਵਿਛਾਇਆ ਹੋਇਆ, ਵੀਸੀ ਵੀ ਉਹਦਾ ਦੋਸਤ ਆ, ਸਾਰੀ ਫੈਕਲਟੀ ਉਹਦੀ ਦੋਸਤ ਆ, ਇਹਨੇ ਮੱਤ ਦੇਖੋ ਬਣਾ ਸਟੇਟ ਦੇ ਬੰਦੇ ਨੇ, ਠੀਕ ਹੈ, ਅਗਲੇ ਤਨਖਾਹਾਂ ਲੈ ਰਹੇ ਨੇ। ਅਗਰ ਤੁਸੀਂ ਹਰੇਕ ਨੂੰ ਹੀ, ਜਿਹੜਾ ਵੀ ਕੋਈ ਥੋੜਾ ਬਹੁਤਾ ਗੱਲ ਕਰਦਾ, ਹਰੇਕ ਨੂੰ ਹੀ ਕਾਮਰੇਡ ਕਹਿ ਦੂੰਗੇ ਤਾਂ ਇਦਾਂ ਤਾਂ ਨਹੀਂ ਚੱਲੇਗਾ। ਮਤਲਬ ਤੁਸੀਂ ਆਪਣੀ ਜਾਂ ਤਾਂ ਸਮਝ ਨੂੰ ਵਿਕਸਿਤ ਕਰੋ ਕਿ ਕਾਮਰੇਡ ਕੀ ਹੁੰਦਾ। ਮਤਲਬ ਕਦੇ ਤੁਸੀਂ ਕਿਸੇ ਟੀਵੀ ਚੈਨਲ ਵਾਲੇ ਨੂੰ ਥੋੜਾ ਜਿਹਾ ਤੁਹਾਡੇ ਪੋਲਿਟਿਕਸ ਤੋਂ ਹਟ ਕੇ ਗੱਲ ਕਰਦਾ ਤਾਂ ਉਹ ਵੀ ਕਾਮਰੇਡ ਹੋ ਗਿਆ। ਅੱਜ ਅਗਰ ਤੁਸੀਂ ਆਪਣੇ ਚੈਨਲ ਦੇ ਰਾਹੀਂ ਕੋਈ ਗੱਲ ਇਸ ਤਰੀਕੇ ਦੀ ਕਰ ਦਿਓ ਜਿਹੜੀ ਉਹਨਾਂ ਦੀ ਪੋਲਿਟਿਕਸ ਨਾਲ ਮੇਲ ਨਹੀਂ ਖਾਂਦੇ ਤਾਂ ਤੁਸੀਂ ਵੀ ਕਾਮਰੇਡ ਹੋ। ਮਤਲਬ ਹਰੇਕ ਨੂੰ ਹੀ ਕਾਮਰੇਡ ਦੀ ਲਪੇਟੇ ਦੇ ਵਿੱਚ ਲਈ ਜਾਣਾ ਤਾਂ ਉਹ ਵੀ ਸਹੀ ਨਹੀਂ ਹੈਗਾ। ਯਾਨੀ ਕਿ ਤੁਸੀਂ ਸਿੱਖ ਆਇਡੈਂਟੀਟੀ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਸਰਬੱਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ, ਸਿਰ ਜੋੜ ਕੇ ਬੈਠਣਾ ਚਾਹੀਦਾ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਜਾਂ ਕਈ ਹੋਰ ਮਸਲੇ ਨੇ ਜਿਹੜੇ ਸਿੱਖ ਆਇਡੈਂਟੀਟੀ ਨਾਲ ਜੁੜੇ ਹੋਏ ਨੇ, ਤੁਸੀਂ ਜਾਂ ਤੁਹਾਡੇ ਸਾਥੀ ਉਹਨਾਂ ਦੀ ਗੱਲ ਕਰਨਗੇ? ਮਤਲਬ ਅਸੀਂ ਇਕੱਲੇ ਸਿਰਫ ਬੰਦੀ ਸਿੰਘਾਂ ਦੀ ਹੀ ਕਿਉਂ, ਮਤਲਬ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ, ਚਾਹੇ ਉਹ ਪ੍ਰੋਫੈਸਰ ਨੇ, ਸਟੂਡੈਂਟ ਯੂਨੀਅਨਸ ਨੇ, ਮਤਲਬ NIA ਦੀਆਂ ਰੇਟਸ ਲਗਾਤਾਰ ਪੈ ਰਹੀਆਂ ਨੇ। ਮਤਲਬ ਕੱਲ ਪਰਸੋਂ ਹੀ ਅਸੀਂ ਦਿੱਲੀ ਦੇ ਵਿੱਚ ਧਰਨਾ ਦਿੱਤਾ। ਉੱਥੇ ਡਿਮਾਂਡ ਇਹ ਸੀਗੀ ਕਿ ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਨੇ, ਚਾਹੇ ਉਹ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਮੁਸਲਿਮਸ ਨੇ, ਦਲਿਤ ਐਕਟਿਵਿਸਟ ਨੇ, ਪ੍ਰੋਫੈਸਰਸ ਨੇ, ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਇੱਥੇ ਵੀ ਬੰਦੀ ਸਿੰਘਾਂ ਦਾ ਮੋਹਾਲੀ ਦੇ ਵਿੱਚ ਧਰਨਾ ਚੱਲਿਆ, ਉੱਥੇ ਵੀ SFS ਨੇ ਆਪਣੀ ਪਾਰਟਿਸਿਪੇਸ਼ਨ ਕੀਤੀ ਆ, ਉੱਥੇ ਹੋਰ ਧਿਰਾਂ ਨੇ ਵੀ ਪਾਰਟਿਸਿਪੇਸ਼ਨ ਕੀਤੀ, ਉੱਥੇ ਆਪਾਂ ਵੀ ਪਾਰਟਿਸਿਪੇਸ਼ਨ ਕੀਤੀ ਆ। ਤਾਂ ਜਿੱਥੇ ਸਿਰ ਜੋੜ ਕੇ ਬੈਠਣ ਦੀ ਗੱਲ ਆ, ਉੱਥੇ SFS ਹਮੇਸ਼ਾ ਅੱਗੇ ਖੜੀ ਰਹੇਗੀ। ਤਾਂ ਉਹ ਮੈਨੂੰ ਲੱਗਦਾ ਸਾਨੂੰ ਵੀ ਸੋਚਣ ਦਾ ਮਸਲਾ ਕਿ ਜਿਹੜੇ ਸਾਡੇ ਕੁੱਲ ਲੋਕਾਈ ਦੇ ਅਸਲ ਮੁੱਦੇ ਨੇ, ਜਿਨ੍ਹਾਂ ਤੇ ਸਾਨੂੰ ਮਿਲ ਕੇ ਚੱਲਣ ਦੀ ਲੋੜ ਆ, ਤਾਂ ਉਹ ਰਾਹ ਲੱਭਣਾ ਚਾਹੀਦਾ, ਨਾ ਕਿ ਇਹਨੂੰ ਫਾਲਤੂ ਦੀ ਡਿਬੇਟ ਖੜੀ ਕਰਕੇ ਕਿ ਦੇਖੋ ਇਹ ਤਾਂ ਕਾਮਰੇਡ ਨੇ, ਇਹ ਤਾਂ ਖਾਲਿਸਤਾਨੀ ਨੇ। ਮੈਂ ਇਹ ਡਿਬੇਟ ਤੋਂ ਪਰੇ ਹੋ ਕੇ ਗਰਾਊਂਡ ਤੇ ਅਗਰ ਕੁਝ ਕੀਤਾ ਜਾ ਸਕਦਾ, ਉਹਦੇ ਨਾਲ ਸਾਡਾ ਮੇਨ ਦੁਸ਼ਮਣ ਕੌਣ ਹੈ, ਉਹਦੇ ਨਾਲ ਹੱਲ ਹੋਣਾ। ਸਾਡਾ ਮੇਨ ਦੁਸ਼ਮਣ ਦਿੱਲੀ ਦੇ ਵਿੱਚ ਬੈਠੀ ਭਾਰਤ ਸਰਕਾਰ ਹੈ, ਇੰਡੀਅਨ ਸਟੇਟ ਆ, ਜਿਹੜੀ ਲਗਾਤਾਰ ਹਰ ਆਇਡੈਂਟੀਟੀ ਨੂੰ ਸਪਰੈਸ ਕਰ ਰਹੀ ਹੈ, ਚਾਹੇ ਉਹ ਸਿੱਖ ਨੇ, ਮੁਸਲਿਮਸ ਨੇ, ਆਦੀਵਾਸੀਆਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਚੱਲ ਰਿਹਾ। ਤਾਂ ਜਦੋਂ ਅਲੱਗ-ਅਲੱਗ ਆਇਡੈਂਟੀਟੀਆਂ ਦੇ ਉੱਪਰ ਆਪਰੇਸ਼ਨ ਤੇ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ, ਤਾਂ ਉਦੋਂ ਸਾਨੂੰ ਇੱਕ ਜਨ ਚੇਤਨਾ ਦੇ ਨਾਲ ਇਹ ਆਪਣਾ ਸੰਘਰਸ਼ ਵਿੱਢਣਾ ਚਾਹੀਦਾ ਕਿ ਕਿਵੇਂ ਕੁੱਲ ਲੋਕਾਈ ਦੇ ਮਸਲਿਆਂ ਨੂੰ ਇੱਕ ਪਲੇਟਫਾਰਮ ਦੇ, ਇੱਕ ਅੰਬਰੇਲਾ ਦੇ ਥੱਲੇ ਹੋ ਕੇ ਇਕੱਠੇ ਹੋ ਕੇ ਲੜਿਆ ਜਾ। ਮਾਲਵਿੰਦਰ ਸਿੰਘ ਮਾਲੀ ਨੂੰ ਤੁਸੀਂ ਸੁਣਿਆ ਹੋਣਾ, ਕਦੇ ਬੋਲਦੇ ਨੇ, ਪੱਤਰਕਾਰ ਵੀ ਰਹੇ ਨੇ, ਹੁਣ ਸਰਗਰਮੀ ਉਹਨਾਂ ਦੀ ਹੁਣ ਵੀ ਹੈ। ਉਹ ਕਹਿੰਦੇ ਕਿ ਖਾਸ ਤੌਰ ਤੇ ਪੰਜਾਬ ਦੇ ਕਾਮਰੇਡ, ਉਹਨਾਂ ਨੇ ਵੀ ਸਮੁੱਚੇ ਇੱਕੋ ਹੀ ਗੱਲ ਕੀਤੀ, ਇੱਕੋ ਧਿਰ ਸਮਝ ਕੇ, ਕਿ ਇਹ ਹਮੇਸ਼ਾ ਰਾਸ਼ਟਰਵਾਦ ਜਾਂ ਸੈਂਟਰ 'ਚ ਬੈਠੀ ਪਾਰਟੀ ਦੀ ਗੱਲ ਕਰ ਜਾਂਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਕਹਿਤਾ ਕਿ ਜਦੋਂ ਧਰਨਾ ਵੀ ਲੱਗਿਆ ਸੀ, ਉਦੋਂ ਕਾਮਰੇਡ ਧਿਰਾਂ ਨੇ ਇਹ ਵੀ ਕਹਿ ਦਿੱਤਾ ਕਿ ਮੁਸਲਮਾਨ ਆਪਣੇ ਵਿੱਚ ਸ਼ਰਾਰਤੀ ਤੱਥਾਂ ਦੀ ਪਹਿਚਾਣ ਕਰਨ। ਕਹਿੰਦਾ ਹੁਣ ਦੇਖੋ ਹਰਿਆਣੇ 'ਚ ਉਹਨਾਂ ਨੇ ਕਰਤੀ ਪਹਿਚਾਣ, ਘਰ ਢਾਤੇ ਚੁਣ ਕੇ ਮੁਸਲਮਾਨਾਂ ਦੇ। ਮਤਲਬ ਉਦੋਂ ਸਟੈਂਡ ਕਿਉਂ ਨਹੀਂ ਲਿਆ ਜਾਂਦਾ ਕਿ ਜਮਾਂ ਤੁਸੀਂ ਇੱਕ ਪਾਸਾ ਕਿਉਂ ਨਹੀਂ ਕਰਦੇ? ਮੈਂ ਮਤਲਬ ਫਿਰ ਉਹੀ ਗੱਲ ਕਰਾਂਗਾ ਕਿ ਜਿਨ੍ਹਾਂ ਨੇ ਇਕੱਠੇ ਹੋ ਕੇ ਚੱਲਣ ਦੀ ਗੱਲ ਕਰਨੀ ਹੈ ਤਾਂ ਉਹ ਤਾਂ ਕੋਈ ਰਾਹ ਲੱਭਣਗੇ। ਮਤਲਬ ਐਦਾਂ ਤਾਂ ਹੁਣ ਜੇ ਚੂੰਡੀਆਂ ਵੱਢਣੀਆਂ ਤਾਂ ਆਪਾਂ ਵੀ ਕਹਿ ਸਕਦੇ ਹਾਂ ਕਿ ਹੁਣ ਪੰਥ ਦੀ ਵੱਡੀ ਧਿਰ ਜਿਹੜੀ ਇਲੈਕਟੋਰਲ ਆ, ਉਹ ਤਾਂ ਅਕਾਲੀ ਦਲ ਆ ਜੀ, ਉਹ ਤਾਂ BJP ਨਾਲ ਅਲਾਈਅੰਸ ਕਰੀ ਬੈਠੀ ਆ। ਇੱਥੇ ਦੀ ਜਿੰਨੀਆਂ ਵੀ ਇਲੈਕਟੋਰਲ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਜਿੱਤ ਕੇ, ਮਤਲਬ ਸਿੱਖ ਵੀ ਵੋਟ ਪਾਉਂਦੇ ਨੇ ਉਹਨਾਂ ਨੂੰ, ਹਨਾ। ਜਿਹੜੇ ਸਿੱਖਾਂ ਦੇ ਪੰਥ ਦੇ ਬੜੇ ਧੜੇ ਨੇ, ਉਹ ਵੀ ਕੋਈ ਕਾਂਗਰਸ ਨੂੰ ਸਪੋਰਟ ਕਰ ਰਿਹਾ, ਕੋਈ BJP ਨੂੰ ਸਪੋਰਟ ਕਰ ਰਿਹਾ। ਕਾਮਰੇਡਾਂ ਦੇ ਚਲੋ ਬਿਆਨ ਹੋ ਸਕਦੇ, ਤੁਸੀਂ ਤਾਂ ਪਾਰਟਨਰਸ਼ਿਪ 'ਚ ਬੈਠੇ ਹੋ, ਹਨਾ। ਮਤਲਬ ਉਹ ਤੁਸੀਂ ਦੇਖੋ ਰੋਜ਼ ਨਵਜੋਤ ਸਿੰਘ ਸਿੱਧੂ ਢਿੰਡਰੀਆਂ ਵਾਲੇ ਨੂੰ ਮਿਲ ਕੇ ਆਇਆ, ਰੀਵਿਜ਼ਿਟ ਕਰਨਾ ਪਏਗਾ ਕਿ ਅਸਲ ਦੇ ਵਿੱਚ ਜੇ ਤਾਂ ਇਕੱਠੇ ਹੋ ਕੇ ਚੱਲਣਾ, ਬਸ ਇਕੱਠੇ ਹੋ ਕੇ ਚੱਲਣ ਦਾ ਮਤਲਬ ਇਹ ਨਹੀਂ ਕਿ ਆਪਣੀ ਵਿਚਾਰਧਾਰਾ ਛੱਡ ਕੇ ਚੱਲਣਾ। ਇਕੱਠੇ ਹੋ ਕੇ ਚੱਲਣ ਦਾ ਮਤਲਬ ਆ ਕਿ ਜਿੱਥੇ ਸਾਂਝਾ ਪ੍ਰੋਗਰਾਮ ਬਣ ਸਕਦਾ, ਉਹ ਸਾਂਝੇ ਪ੍ਰੋਗਰਾਮ ਦੇ ਵਿੱਚ ਚੂੰਡੀਆਂ ਨਹੀਂ ਵੱਢਣੀਆਂ ਹੁੰਦੀਆਂ। ਸਾਂਝੇ ਪ੍ਰੋਗਰਾਮ ਦੇ ਵਿੱਚ ਇਮਾਨਦਾਰੀ ਦੇ ਨਾਲ, ਮੈਚੁਰਿਟੀ ਦੇ ਨਾਲ ਚੱਲਦੇ ਹੋਏ ਸਾਡਾ ਮੇਨ ਦੁਸ਼ਮਣ ਕੌਣ ਆ, ਅੱਜ ਕੌਣ ਲੜ ਰਿਹਾ। ਇੱਕ ਸਿੱਖ ਕਾਮਰੇਡ ਵੀ ਹੋ ਸਕਦਾ, ਕਿਉਂਕਿ ਉਹ ਇੱਕ ਵਿਚਾਰਧਾਰਾ ਹੈ, ਉਹ ਇੱਕ ਧਰਮ ਆ। ਕਿ ਸਿੱਖੀ ਰੂਪ ਦੇ ਵਿੱਚ ਰਹਿ ਕੇ ਜਾਂ ਉਸ ਧਰਮ ਦੀ ਵਿਚਾਰਧਾਰਾ ਨਾਲ ਜੁੜ ਕੇ ਕੋਈ ਕਾਮਰੇਡ ਵਿਚਾਰਧਾਰਾ ਵੀ ਅਪਣਾ ਸਕਦਾ? ਪੋਸੀਬਿਲਿਟੀ ਹੈ। ਪੋਸੀਬਿਲਿਟੀ ਉਸ ਤਰੀਕੇ ਦੀ ਪੋਸੀਬਿਲਿਟੀ ਜਿਹੜਾ ਮਤਲਬ ਸੱਚੀ ਤੇ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ, ਉਹਦਾ ਅਪੀਅਰੈਂਸ ਤਾਂ ਕੋਈ ਵੀ ਹੋ ਸਕਦੀ ਹੈ, ਅਪੀਅਰੈਂਸ ਤੋਂ ਤਾਂ ਕੋਈ ਦਿੱਕਤ ਨਹੀਂ ਹੈਗੀ। ਬਟ ਉਹ ਜਿਹੜਾ ਵਿਚਾਰ ਹੈ, ਉਹ ਵਿਚਾਰ ਸਿੱਖ ਸਟੇਟ ਦਾ ਵਿਚਾਰ ਨਹੀਂ ਹੈਗਾ, ਉਹ ਇੱਕ ਮਜ਼ਦੂਰਾਂ ਦੀ ਸਟੇਟ ਦਾ ਰਾਜ ਦੀ ਗੱਲ ਕਰਦਾ ਕਿ ਜਿੱਥੇ ਵੀ ਫਿਰ ਉਹਨਾਂ ਨੂੰ ਰਿਲੀਜਨ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਚਾਹੀਦੀ ਐਸੈਂਸ਼ਲੀ। ਮਤਲਬ ਅਗਰ ਮਾਰਕਸਿਸਟ ਵਿਚਾਰਧਾਰਾ ਦਾ ਐਸੈਂਸ ਕੀ ਆ ਕਿ ਤੁਸੀਂ ਉਹਦੇ ਵਿੱਚ ਜੋ ਕੰਕਰੀਟ ਹਾਲਤਾਂ ਨੇ, ਉਹਦਾ ਕੰਕਰੀਟ ਅਧਿਐਨ ਕਰਦੇ ਹੋਏ ਚੀਜ਼ਾਂ ਨੂੰ ਅੱਗੇ ਵਧਾਉਣਾ। ਅਗਰ ਕੋਈ ਆਪਣੇ ਧਰਮ ਨੂੰ ਮੰਨਦਾ ਹੋਇਆ ਮਤਲਬ ਇਸ ਸਟੇਟ ਦੇ ਜ਼ੁਲਮ ਦੇ ਖਿਲਾਫ ਖੜਦਾ, ਤਾਂ ਮੈਨੂੰ ਲੱਗਦਾ ਕਿ ਉਹਨੂੰ ਐਕਸਕਲੂਡ ਨਹੀਂ ਕਰਨਾ ਚਾਹੀਦਾ, ਉਹਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਜੀ। ਮਤਲਬ ਅਗਰ ਕੋਈ ਸਿੱਖ ਹੋ ਕੇ, ਕੋਈ ਮੁਸਲਿਮ ਹੋ ਕੇ, ਜਿਨ੍ਹਾਂ ਦੀ ਆਇਡੈਂਟੀਟੀ ਦੇ ਉੱਪਰ ਅੱਜ ਲਗਾਤਾਰ ਅਟੈਕ ਹੋ ਰਿਹਾ, ਅਗਰ ਉਹ ਆਪਣੀ ਰਿਲੀਜਨ ਨੂੰ ਫੋਲੋ ਕਰਦੇ ਹੋਏ ਵੀ ਮਤਲਬ ਇਸ BJP RSS ਜਾਂ ਭਾਰਤ ਸਰਕਾਰ ਦਾ ਜਿਹੜਾ ਫਾਸੀਵਾਦੀ ਤੰਤਰ ਆ ਉਹਦੇ ਖਿਲਾਫ ਲੜਦਾ, ਤਾਂ ਕੀ ਦਿੱਕਤ ਹੈ? ਇਕੱਠੇ ਹੋ ਕੇ ਚੱਲਣਾ, ਇਕੱਠੇ ਹੋ ਕੇ ਚੱਲਿਆ ਜਾ ਸਕਦਾ, ਐਜ਼ ਲੌਂਗ ਐਜ਼ ਕਿ ਉਹ ਜੋ ਬੇਸਿਕ ਆਈਡੀਆ ਹੈ ਉਹਦੇ ਆਪਸ ਦੇ ਵਿੱਚ ਨਹੀਂ ਭਿੜਦੇ, ਤਾਂ ਉਹ ਕੋਈ ਦਿੱਕਤ ਨਹੀਂ।
ਤੇ ਜਿਹੜੇ ਇੱਕ ਆਖਰੀ ਸਵਾਲ ਹੀ ਕਰੂੰਗਾ ਮੈਂ ਕਿ ਜਿਹੜੇ ਬਾਹਰ ਬੈਠੇ ਆ ਖਾਸ ਤੌਰ ਤੇ ਕਹਿੰਦੇ ਵੀ ਮਾਂ ਤੋਂ ਦੂਰ ਹੋ ਕੇ ਮਾਂ ਦੀ ਯਾਦ ਜ਼ਿਆਦਾ ਆਉਂਦੀ ਹੈ, ਆਇਡੈਂਟੀਟੀ ਦੀ ਗੱਲ ਉਹ ਸ਼ਾਇਦ ਜ਼ਿਆਦਾ ਪੁਰਜ਼ੋਰ ਤਰੀਕੇ ਨਾਲ ਕਰਦੇ ਨੇ ਜਿਹੜੇ ਇੱਥੋਂ ਚਲੇ ਗਏ ਨੇ ਜਾਂ NRIs ਨੇ ਜਿਹੜੇ ਭਾਵੇਂ ਸਿੱਖ ਹੋਣ ਜਾਂ ਕਿਸੇ ਵੀ ਧਰਮ ਦੇ ਹੋਣ, ਤਾਂ ਉਹਨਾਂ ਵੱਲੋਂ ਉੱਥੇ ਰੈਫਰੈਂਡਮ ਕੀਤੇ ਜਾ ਰਹੇ ਨੇ। ਇਹਦੇ ਪਿੱਛੇ ਕੀ ਤੱਥ ਆ ਜਾਂ ਇਹ ਸਿਰਫ ਤੇ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਇਹ ਤਾਂ ਸ਼ਰਾਰਤੀ ਅਨਸਰ? ਮਤਲਬ ਅਸਲ ਦੇ ਵਿੱਚ ਜਿਹੜੀ ਇਹ ਰੈਫਰੈਂਡਮ ਦੀ ਗੱਲ ਜਾਂ ਸਿੱਖ ਸਟੇਟ ਦੀ ਗੱਲ ਜ਼ਿਆਦਾਤਰ ਜਿਹੜੀ ਹੈਗੀ ਆ, ਮਤਲਬ ਆਮ ਤੌਰ ਤੇ ਜਦੋਂ ਤੁਸੀਂ ਲਗਾਤਾਰ ਇੱਕ ਆਇਡੈਂਟੀਟੀ ਤੇ ਅਟੈਕ ਕਰੋਗੇ ਤਾਂ ਉਹ ਆਇਡੈਂਟੀਟੀ ਹੋਰ ਇਕੱਠੀ ਹੁੰਦੀ ਜਾਂਦੀ ਆ। ਅਗਰ ਤੁਸੀਂ ਮੁਸਲਿਮ ਆਇਡੈਂਟੀਟੀ ਤੇ ਅਟੈਕ ਕਰੋਗੇ ਤਾਂ ਮੁਸਲਿਮ ਆਇਡੈਂਟੀਟੀ ਨੇ ਇਕੱਠਾ ਹੋ ਜਾਣਾ। ਯਾਨੀ ਕਿ ਆਪਾਂ ਉਹਨੂੰ ਇੱਕ ਵਿਕਟਿਮ ਧਿਰ ਵਜੋਂ ਵੇਖੀਏ ਪਹਿਲਾਂ, ਮਤਲਬ ਉਹ ਚਲੋ ਮੈਂ ਉਸ ਤਰੀਕੇ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਜਦੋਂ ਅਟੈਕ ਲਗਾਤਾਰ ਹੋਊਗਾ ਤਾਂ ਉਹ ਰਿਐਕਸ਼ਨ ਕਰੇਗਾ ਕਿ ਇਹਦੇ ਨਾਲ ਤਾਂ ਅਸੀਂ ਅਲੱਗ ਠੀਕ ਹਾਂ ਜੀ। ਮਤਲਬ ਅਗਰ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਤਲਬ ਸਿੱਖ ਸਟੇਟ ਦੀ ਤਾਂ ਗੱਲ ਨਹੀਂ ਕੀਤੀ। ਉਹ ਕਹਿੰਦੇ ਵੀ ਜੇ ਇੰਡੀਅਨ ਸਟੇਟ ਸਾਡੀਆਂ ਡਿਮਾਂਡਸ ਆਹ ਨੇ ਵੀ ਜੇ ਇੰਦਰਾ ਗਾਂਧੀ ਸਾਨੂੰ ਅਲੱਗ ਕਰਨਾ ਚਾਹੁੰਦੀ ਤਾਂ ਅਲੱਗ ਹੋ ਜਾਓ, ਨਹੀਂ ਸਾਨੂੰ ਰਿਐਕਸ਼ਨ ਕਰ ਲਓ। ਉਹ ਰਿਐਕਸ਼ਨ ਚੋਂ ਕਹਿ ਰਹੇ ਨੇ ਜੀ, ਹਨਾ, ਉਹਨਾਂ ਦੀ ਰਿਟਨ ਸਟੇਟਮੈਂਟਸ ਨੇ, ਇੰਟਰਵਿਊਆਂ ਨੇ, ਇਹ ਗੱਲ ਉਹ ਕਰਦੇ ਰਹੇ ਨੇ। ਤਾਂ ਅਸਲ ਦੇ ਵਿੱਚ ਅਗਰ ਅਸੀਂ ਪੰਜਾਬੀ ਦੇ ਇਸ਼ੂ ਨੂੰ ਐਡਰੈਸ ਕਰੀਏ ਕਿ ਸਾਡੇ ਬੇਸਿਕ ਇਸ਼ੂਜ਼ ਕੀ ਨੇ, ਪੰਜਾਬ ਲਾ ਲਓ ਜਾਂ ਪੂਰੇ ਭਾਰਤ ਦੇ ਵਿੱਚ ਇੱਕ ਸੱਚਮੁੱਚ ਦਾ ਫੈਡਰਲ ਢਾਂਚਾ, ਲੂਜ਼ ਫੈਡਰਲ ਢਾਂਚਾ ਜੇ ਐਸਟੈਬਲਿਸ਼ ਹੋ ਸਕਦਾ ਜਿਹੜਾ ਇਕੁਐਲਿਟੀ ਦੇ ਆਧਾਰ ਤੇ ਹੋਵੇ, ਜਿਹੜਾ ਡੈਮੋਕ੍ਰੇਸੀ ਸੱਚਮੁੱਚ ਦੀ ਡੈਮੋਕ੍ਰੇਸੀ ਦੇ ਆਧਾਰ ਤੇ ਹੋਵੇ, ਤਾਂ ਮੈਨੂੰ ਲੱਗਦਾ ਸਰਬੱਤ ਦਾ ਭਲਾ ਤਾਂ ਪੂਰੇ ਸੰਸਾਰ ਦੇ ਵਿੱਚ ਹੀ ਚੱਲ ਸਕਦਾ। ਯਾਨੀ ਕਿ ਇੱਥੋਂ ਇੱਕ ਤੱਥ ਕੱਢ ਸਕਦੇ ਹਾਂ ਕਿ ਸੰਤ ਭਿੰਡਰਾਂ ਵਾਲੇ ਜਾਂ ਜਰਨੈਲ ਸਿੰਘ ਭਿੰਡਰਾਂ ਵਾਲੇ ਟੂ ਬਿਗਨ ਵਿਦ ਗਲਤ ਨਹੀਂ ਸੀ। ਉਹਨਾਂ ਦੀ ਮੰਗ ਆਨੰਦਪੁਰ ਦਾ ਮਤਾ ਹੋਵੇ ਜਾਂ ਕੁਝ ਹੋਰ ਹੋਵੇ, ਉਹ ਗਲਤ ਨਹੀਂ ਸੀ। ਅਸਲ ਦੇ ਵਿੱਚ ਜਿਹੜੀਆਂ ਡਿਮਾਂਡਸ ਨੂੰ ਲੈ ਕੇ ਸਟਰਗਲ ਕੀਤਾ ਗਿਆ ਉਹਦੇ ਵਿੱਚ ਮੈਜੋਰਿਟੀ ਜਿਹੜੀਆਂ ਡਿਮਾਂਡਸ ਨੇ ਉਹ ਤਾਂ ਚਾਹੇ ਚੰਡੀਗੜ੍ਹ ਦਾ ਮਸਲਾ, ਪਾਣੀ ਦਾ ਮਸਲਾ, ਇਹ ਤਾਂ ਮਤਲਬ ਇਹਨੂੰ ਤੁਸੀਂ ਦੋ ਤਰੀਕੇ ਨਾਲ ਵੀ ਦੇਖ ਸਕਦੇ ਹੋ ਕਿ ਇਹ ਕਈ ਲੋਕ ਇਹਨੂੰ ਸਿੱਖੀ ਦੀ ਡਿਮਾਂਡਸ ਬਣਾ ਦਿੰਦੇ ਨੇ। ਅਸਲ ਜੋ ਪੰਜਾਬ ਦੀ ਡਿਮਾਂਡ ਆ, ਪੰਜਾਬ ਦੀ ਵੀ ਡਿਮਾਂਡ ਆ, ਉਹ ਕਿਸਾਨੀ ਦੀ ਵੀ ਡਿਮਾਂਡ ਆ। ਹੁਣ ਪਾਣੀ ਦੀ ਲੋੜ ਕਿਹਨੂੰ ਆ, ਪਾਣੀ ਦੀ ਮੰਗ ਕਿਉਂ ਕਰ, ਉਹ ਸਾਰਾ ਸਿੱਖੀ ਮਤਲਬ ਕਿਸਾਨੀ ਦੀ ਡਿਮਾਂਡ ਨਾਲ ਵੀ ਜੁੜਿਆ ਹੈ ਕਿ ਮੈਜੋਰਿਟੀ ਸੈਕਸ਼ਨ ਕਿਸਾਨੀ ਤੋਂ ਆ, ਇਸ ਕਰਕੇ ਉਹ ਵੱਡੀ ਪਾਰਟਿਸਿਪੇਸ਼ਨ ਵੀ ਕਿਸਾਨੀ ਧਿਰ ਦੀ ਰਹੀ ਆ, ਮਤਲਬ ਸਿੱਖਾਂ ਦੀ ਰਹੀ ਉਹਦੇ ਵਿੱਚ। ਤਾਂ ਉਹ ਮਤਲਬ ਪੰਜਾਬੀਅਤ ਦੇ ਇਸ਼ੂ ਨਾਲ ਜੋੜ ਕੇ ਅਗਰ ਅਸੀਂ ਚੀਜ਼ਾਂ ਨੂੰ ਅੱਗੇ ਐਡਵਾਂਸ ਕਰਾਂਗੇ ਤਾਂ ਇੱਕ ਮੂਵਮੈਂਟ ਖੜੀ ਹੋ ਸਕਦੀ ਹੈ ਪੰਜਾਬ ਦੇ ਵਿੱਚ, ਜਿਹੜੀ ਫਾਰਮੇਡੇਬਲ ਇੱਕ ਮੂਵਮੈਂਟ ਜਿਹੜੀ ਪੰਜਾਬ ਦੇ ਵਿੱਚ ਖੜੀ ਹੋ ਕੇ ਭਾਰਤ ਸਰਕਾਰ ਨੂੰ ਕੋਈ ਚੈਲੰਜ ਪੇਸ਼ ਕਰ ਸਕਦੀ। ਮੈਂ ਬਸ ਇੱਕ ਹੀ ਗੱਲ ਮੈਂ ਉਹਨੂੰ ਇੱਕ ਨਵੇਂ ਤਰੀਕੇ ਰੱਖਣਾ ਚਾਹਣਾ ਕਿ ਐਕਸ਼ਨ ਰਿਐਕਸ਼ਨ ਹੁੰਦਾ, ਯਾਨੀ ਕਿ ਭਿੰਡਰਾਂ ਵਾਲਾ ਰਿਐਕਸ਼ਨ ਸੀ ਜਾਂ ਐਕਸ਼ਨ ਸੀ? ਐਕਸ਼ਨ ਸਰਕਾਰ ਦਾ ਸੀ, ਉਹ ਰਿਐਕਸ਼ਨ ਸੀ। ਮਤਲਬ ਦੇਖੋ ਮਸਲਾ ਇਹ ਹੈ ਕਿ ਮੈਂ ਉਹੀ ਗੱਲ ਕਰਦਾ ਕਿ ਪੰਜਾਬ ਦੀ 47 ਦੇ ਵਿੱਚ ਕਾਣੀ ਵੰਡ ਹੋਈ ਹਨਾ, ਉਹਦਾ ਇੱਕ ਰੋਸ਼ ਪੰਜਾਬੀਆਂ ਦੇ ਵਿੱਚ ਸੀਗਾ ਤੇ 1966 ਦੇ ਵਿੱਚ ਹੋਰ ਕਾਣੀ ਵੰਡ ਕੀਤੀ ਗਈ, ਚੰਡੀਗੜ੍ਹ ਖੋਲਿਆ, ਪੰਜਾਬੀ ਬੋਲਦੇ ਇਲਾਕੇ ਖੋਲੇ, ਪਾਣੀ ਖੋਲੇ ਹਨਾ, ਹੋਰ ਜਿਹੜੇ ਸਾਡੇ ਰਾਈਟ ਸੀਗੇ ਫੈਡਰਲ ਰਾਈਟ ਸੀ ਉਹ ਖੋਲੇ। ਤਾਂ ਉਹ ਮੇਨ ਡਿਮਾਂਡਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਧਿਰਾਂ ਸੰਘਰਸ਼ ਵੀ ਕਰਦੀਆਂ ਰਹੀਆਂ ਨੇ। ਤਾਂ ਉਹ ਸੰਘਰਸ਼ ਦੇ ਵਿੱਚੋਂ ਜਦੋਂ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ, ਉੱਪਰ ਤੇ ਸਟੇਟ ਵੀ ਇਹ ਕੋਸ਼ਿਸ਼ ਕਰਦੇ ਕਿ ਇਹ ਜਿਹੜੀਆਂ ਡਿਮਾਂਡਸ ਨੇ ਪੰਜਾਬੀਅਤ ਦੀਆਂ, ਇਹਨਾਂ ਨੂੰ ਤੁਸੀਂ ਰਿਲੀਜੀਅਸ ਕਮਿਊਨਲ ਕਲਰ ਦੇ ਦਿਓ ਤਾਂ ਕਿ ਲੋਕਾਂ ਦੀ ਜਿਹੜੀ ਪੋਲਰਾਈਜੇਸ਼ਨ ਹੋ ਜੇ, ਹਿੰਦੂ ਪੰਜਾਬੀ ਤੋਂ ਵੱਖ ਹੋ ਜੇ, ਪੂਰੇ ਦੇਸ਼ ਦਾ ਜਿਹੜਾ ਹਿੰਦੂ ਸੈਕਸ਼ਨ ਆ ਉਹ, ਯਾਨੀ ਕਿ ਆਨੰਦਪੁਰ ਦੇ ਮਤੇ ਤੋਂ ਜੇ ਖਾਲਿਸਤਾਨ ਦੀ ਮੰਗ ਆ ਗਈ ਤਾਂ ਸ਼ਾਇਦ ਇਸੇ ਕਮਿਊਨਲ ਐਂਗਲ ਦੇ ਕਰਕੇ ਬਣ ਉਹ ਗਈ। ਸਟੇਟ ਦਾ ਵੀ ਰੋਲ ਰਿਹਾ ਉਹਦੇ ਵਿੱਚ ਕਿ ਸਟੇਟ ਨੇ ਉਹ ਮੰਗਾਂ ਹੱਲ ਨਹੀਂ ਕੀਤੀਆਂ। ਹਾਲਾਂਕਿ ਆਨੰਦਪੁਰ ਸਾਹਿਬ ਦਾ ਮਤਾ ਆਪਣੇ ਆਪ 'ਚ ਪੂਰਾ ਕੰਪਲੀਟ ਪ੍ਰੋ ਪੀਪਲ ਵੀ ਨਹੀਂ ਹੈਗਾ, ਉਹਦੇ ਵਿੱਚ ਲੈਂਡ ਰਿਫਾਰਮ ਦੀ ਗੱਲ ਜਿਹੜੀ ਹੈਗੀ ਉਹ ਮਿਸ ਹੋ ਰਹੀ ਆ ਜੀ ਨਾ। ਤਾਂ ਉਹ ਚੀਜ਼ਾਂ ਉਹਦੇ ਵਿੱਚ ਹੋਰ ਡੈਮੋਕ੍ਰੈਟਿਕ ਤਰੀਕੇ ਨਾਲ ਕਿਵੇਂ ਜਿਹੜੀ ਅੱਜ ਦੀਆਂ ਹਾਲਤਾਂ ਦੇ ਮੁਤਾਬਕ ਸਾਡੀਆਂ ਕੀ ਡਿਮਾਂਡਸ ਬਣਦੀਆਂ ਨੇ ਉਹਨਾਂ ਦੇ ਵਿੱਚ ਵਿਚਾਰਾ ਦੇਣਾ ਚਾਹੀਦਾ ਤਾਂ ਕਿ ਇੱਕ ਯੂਨਾਈਟਿਡ ਫਰੰਟ ਮਤਲਬ ਕੋਈ ਪ੍ਰੋਗਰੈਸਿਵ ਰੈਵੋਲੂਸ਼ਨਰੀ ਧਿਰਾਂ ਦਾ ਉਹ ਬਣ ਸਕਦਾ। ਤਾਂ ਉਹੀ ਮੈਨੂੰ ਲੱਗਦਾ ਪੰਜਾਬੀਅਤ ਨੂੰ ਬਚਾ ਵੀ ਸਕਦਾ। ਪੰਜਾਬੀਅਤ ਦੇ ਜਿਹੜੇ ਸੱਚਮੁੱਚ ਦੇ ਕੰਸਰਨਸ ਨੇ ਆਪਸੀ ਮਤਲਬ ਲੜਾਈ ਤੋਂ ਉੱਪਰ ਉੱਠ ਕੇ ਅਗਰ ਅਸੀਂ ਸੀਰੀਅਸ ਆਉਣ ਵਾਲੇ ਸਮੇਂ 'ਚ ਸਪੇਸ ਦੇਖਦੇ ਹੋ ਅਜਿਹੇ ਫਰੰਟ ਦੀ ਬਣਦੀ ਲੱਗਦੀ ਆ? ਮਤਲਬ ਸਪੇਸ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ ਹੈਗਾ, ਬਟ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਅਗਰ ਤੁਸੀਂ ਸੱਚਮੁੱਚ ਪੰਜਾਬ ਦੇ ਮੁੱਦਈ ਹੋ, ਪੰਜਾਬ ਦੇ ਮਸਲੇ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਲ ਲੋਕਾਈ ਦਾ ਜਿਹੜਾ ਵੱਡਾ ਸੈਕਸ਼ਨ ਆ ਧਿਰਾਂ ਨੇ ਉਹਨਾਂ ਨੂੰ ਆਪਸ 'ਚ ਸਿਰ ਜੋੜ ਕੇ ਬੈਠਣਾ ਪਏਗਾ ਤਾਂ ਹੀ ਇਹਦਾ ਹੱਲ ਹੋ ਸਕਦਾ, ਅਦਰਵਾਇਜ਼ ਹੱਲ ਨਹੀਂ ਹੈਗਾ। ਜੀ ਬਿਲਕੁਲ, ਧੰਨਵਾਦ ਬਾਈ ਜੀ, ਸਮਾਂ ਕੱਢਿਆ ਤੁਸੀਂ, ਬਹੁਤ ਸਾਰੀਆਂ ਗੱਲਾਂ ਹੋਈਆਂ, ਵਿਚਾਰ ਕੀਤੇ ਨੇ, ਵਿਚਾਰ ਚਰਚਾ ਹੋਈ ਹੈ। ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਇਸ ਬਾਬਤ ਆਪਣੇ ਵਿਚਾਰ ਰੱਖੋ। ਬਰਾਊਜ਼ ਡੇਲੀ ਟੀਵੀ ਦੇਖਦੇ ਰਹੋ। ਧੰਨਵਾਦ।